ਨਿਊਜ਼ ਡੇਟਲਾਈਨ ਪੰਜਾਬ ਦੇ ਇਸ ਰਿਪੋਰਟ ਦੇ ਤਹਿਤ ਮੈਂ ਰਿਤੇਸ਼ ਲੱਖੀ ਇੱਕ ਵਾਰ ਫੇਰ ਹਾਜ਼ਰ ਹਾਂ ਤੇ ਅੱਜ ਆਪਾਂ ਚੋਣਾਂ ਦੇ ਇਸ ਸੀਜ਼ਨ ਦੇ ਵਿੱਚ ਥੋੜੀ ਜਿਹੀ ਗੱਲ ਹਟ ਕੇ ਕਰਾਂਗੇ। ਹਾਲਾਂਕਿ ਗੱਲ ਇਹ ਵੀ ਕਿਸੇ ਨਾ ਕਿਤੇ ਚੋਣਾਂ ਦੇ ਇਸ ਮੌਸਮ ਦੇ ਵਿੱਚ ਸਿਆਸੀ ਲਾਹਾ ਲੈਣ ਦੇ ਹੀ ਮੁੱਦੇ ਉੱਤੇ ਹੈ, लेकिन ਅੱਜ मैं गल करांगा सिख कैदियां देश दीयां ਵੱਖ-ਵੱਖ जेलों में बंद सिख कैदियां की रिहाई ਨੂੰ ਲੈ ਕੇ एक जिहड़ी कवायद शुरू हुई है। मैं चैनल रितेश लखी अनप्लग्ड उत्ते एक रिपोर्ट उस मुतलक दसी है कौन ने वो भी कैदी की पूरी दी पूरी कवायद है, लेकिन इस वक्त इस रिपोर्ट के दायरे दे विच मैं उस पूरी दी पूरी डिटेल गलबात नूं तुहाडे सामने तुहाडी नज़र करांगा जो कि मैं जसपाल सिंह मंझपुर होना नाल कीती। जगतार सिंह हवारा ते जग्गी जौहल समेत कई होर अजिहे मुलजमां दी अगवाई या उन्हां दी पैरवी अदालतां विच करन वाले जसपाल सिंह मांझपुर इस वक्त लुधियाना तो मेरे नाल जुड़ रहे ने। जसपाल सिंह मांझपुर ही वो शख्स हैगे ने जिन्हां ने कि वो 20 कैदियां दी सूची बनाई ते इन्हां तो ही सोच करके ਵੱਖ-ਵੱਖ सियासी जमातां वल्लों भी उस सूचियां नूं अगे केंद्रीय गृह मंत्री अमित शाह तक पहुँचाया गया है। सो की इहदा बेस है, की क्राइटेरियन है इस सूची का, इस उत्ते गलबात करांगे। जसपाल सिंह मांझपुर साडे नाल ने। जसपाल सिंह मांझपुर जी बहुत बहुत स्वागत है तुहाडा। सब तो पहला मेरा सवाल तुहानूं ये होएगा कि इस लिस्ट नूं बनाया जांदा 20 सिख कैदियां नूं उन्हां दी निशानदेही करना, आइडेंटिफाई करना किस क्राइटेरियन किस पैमाने ते किस आधार उत्ते कीता गया, इस बारे सानूं थोड़ा जिहा दसो। देखो ਜਿਹੜੇ ਇਹ 20 ਹੈਗੇ ਇਹ ਸਾਰੇ ਉਮਰ ਕੈਦੀ ਆ। ਸੋ ਜਿਹੜੀ ਉਮਰ ਕੈਦੀ ਦਾ ਰਿਹਾਈ ਦਾ ਜਿਹੜਾ ਮਸਲਾ ਆ ਉਹ ਇੱਕ ਪੋਲੀਟੀਕਲ ਡਿਸੀਜਨ ਹੁੰਦਾ ਹਮੇਸ਼ਾ, ਕਿਉਂਕਿ ਅਦਾਲਤਾਂ ਨੇ ਭਾਵੇਂ ਸਜ਼ਾ ਦਿੱਤੀਆਂ ਹੁੰਦੀਆਂ, ਅਦਾਲਤਾਂ ਕਹਿ ਦਿੰਦੀਆਂ ਉਮਰ ਕੈਦ ਦਾ ਮਤਲਬ ਉਮਰ ਕੈਦ, ਪਰ ਜਿਹੜਾ ਪੋਲੀਟੀਕਲ ਜਾਂ ਐਗਜ਼ੈਕਟਿਵ ਹੈਗੀ ਆ ਉਹ ਭਾਵੇਂ ਯੂਨੀਅਨ ਹੋਮ ਮਿਨਿਸਟਰੀ ਵਾਇਆ ਸੁਪਰੀਮ ਕੋਰਟ ਆਫ ਇੰਡੀਆ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਰਾਹੀਂ ਆਰਟੀਕਲ 72 ਦੇ ਥੱਲੇ ਕਰੇ ਜਾਂ ਸਟੇਟਾਂ ਕਰਨ ਗਵਰਨਰ ਦੇ ਰਾਹੀਂ ਆਰਟੀਕਲ 161 ਕਨਸਟੀਟਿਊਸ਼ਨ ਆਫ ਇੰਡੀਆ 'ਚ। ਸੋ ਇਹ ਉਮਰ ਕੈਦੀਆਂ ਦੀ ਲਿਸਟ ਆ। ਇਹ 20 ਉਮਰ ਕੈਦੀ ਉਹ ਹੈਗੇ ਆ ਜਿਹੜੇ ਵੱਖ-ਵੱਖ ਕੇਸਾਂ ਦੇ ਵਿੱਚ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧ ਜਿਹੜੇ ਸਿੱਖ ਇੱਕ ਇਹੋ ਜਿਹੇ ਪੋਲੀਟੀਕਲ ਹਾਲਾਤ ਬਣੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕ੍ਰਾਈਮ ਕੀਤੇ, ਉਸ ਲੈਂਗੁਏਜ ਕਹੋ ਤੁਸੀਂ, ਜਾਂ ਇਹ ਟੈਰਰਿਜ਼ਮ ਦੇ ਵਿੱਚ ਗਏ, ਮਿਲੀਟੈਂਸੀ ਦੇ ਵਿੱਚ ਗਏ। ਸੋ ਉਹਨਾਂ ਇਹ 20 ਜਣਿਆਂ ਦੀ ਲਿਸਟ ਹੈਗੀ ਜਿਨ੍ਹਾਂ ਨੂੰ ਪੋਲੀਟੀਕਲ ਕਾਰਨਾਂ ਦੇ ਕਰਕੇ ਸਜ਼ਾਵਾਂ ਹੋਈਆਂ ਤੇ ਉਮਰ ਕੈਦਾਂ ਹੋਈਆਂ, ਤੇ ਇਹਨਾਂ ਦੇ ਵਿੱਚੋਂ 5 ਤੋਂ 6 ਸਾਲ ਤੋਂ ਲੈ ਕੇ 31 ਸਾਲ ਤੱਕ ਦੀ ਜਿਹੜੀ ਆ ਉਮਰ ਕੈਦ ਦੀ ਸਜ਼ਾ ਜਿਹੜੀ ਭੁਗਤ ਚੁੱਕੇ ਆ ਬੰਦੇ 20 ਜਿਹੜੇ ਉਹ ਹੈਗੇ ਆ। ਮਾਝਪੁਰ ਜੀ, ਮੈਂ ਇਸ ਲਿਸਟ ਵਿੱਚ ਦੇਖ ਰਿਹਾ ਸੀ ਵੀ 7 ਅਜਿਹੇ ਕੈਦੀ ਨੇ ਜੋ ਕਿ ਜਿਹੜੇ ਸਾਬਕਾ ਪੰਜਾਬ ਦੇ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਅਸੈਸੀਨੇਸ਼ਨ ਕੇਸ ਵਾਲੇ ਨੇ। ਜਗਤਾਰ ਸਿੰਘ ਹਵਾਰਾ, ਪਰਮਜੀਤ ਪਿਓਰਾ, ਜਗਤਾਰ ਸਿੰਘ ਤਾਰਾ, ਬਲਵੰਤ ਸਿੰਘ ਰਾਜਵਾਨਾ, ਇਸ ਤੋਂ ਇਲਾਵਾ ਗੁਰਮੀਤ ਸਿੰਘ ਇੰਜੀਨੀਅਰ, ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ। ਇਹ 7 ਲੋਕ ਬੇਅੰਤ ਸਿੰਘ ਅਸੈਸੀਨੇਸ਼ਨ ਦੇ ਹੈ। ਇਸ ਕੇਸ ਦੇ ਵਿੱਚ ਥੋੜੀ ਜਿਹੀ ਪੇਚੀਦਗੀ ਇਹ ਹੈ ਕਿਉਂਕਿ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਵਾਰਾ, ਤਾਰਾ ਤੇ ਪਿਓਰਾ ਇਹ ਜੇਲ੍ਹ ਤੋੜ ਕੇ ਵੀ ਭੱਜ ਗਏ। ਉਸ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਹੋਣਾ ਦੇ ਕੇਸ ਦੇ ਵਿੱਚ ਹਾਈ ਕੋਰਟ ਨੇ ਕਿਹਾ ਵੀ ਜਦ ਤੱਕ ਉਹ ਜਿਉਂਦੇ ਨੇ ਉਸ ਵਕਤ ਤੱਕ ਉਹਨਾਂ ਨੂੰ ਕੈਦ ਦੀ ਜਿਹੜੀ ਸਜ਼ਾ ਹੈ ਉਹ ਸੁਣਾਈ ਗਈ ਹੈ। ਸੋ ਇਸ ਕੇਸ ਦੇ ਵਿੱਚ ਇਹਨਾਂ ਨੂੰ ਵੀ ਐਮਨੈਸਟੀ ਬਣਦੀ ਹੈ, ਇਸ ਤਰੀਕੇ ਦੀ ਮਾਫੀ ਬਣਦੀ ਹੈ ਇਹਨਾਂ ਦੀ? ਬਿਲਕੁਲ ਬਣਦੀ ਹੈ ਜੀ, ਕਿਉਂਕਿ ਇਹ ਜਿਹੜਾ ਲੇਟੈਸਟ ਫੈਸਲਾ ਹੈਗਾ 2015 ਦਾ ਰਾਜੀਵ ਗਾਂਧੀ ਅਸੈਸੀਨੇਸ਼ਨ ਤੇ ਜਿਹੜਾ ਦਿੱਤਾ ਗਿਆ ਸੀਗਾ ਸੁਪਰੀਮ ਕੋਰਟ ਵੱਲੋਂ, ਉਹ ਵੀ ਵੈਸੇ ਸਪਲਿਟ ਜੱਜਮੈਂਟ ਸੀਗੀ ਪਰ ਉਹ 'ਚ ਮੈਜੋਰਟੀ ਜਿਹੜੀ ਸੀਗੀ ਉਹ ਇਹੀ ਸੀ ਵੀ ਜਿਹੜਾ ਲਾਈਫ ਸੈਂਟੈਂਸ ਦਾ ਮਤਲਬ ਲਾਈਫ ਸੈਂਟੈਂਸ ਆ। ਇਹ ਸਪੈਸੀਫਿਕ ਠੀਕ ਹੈ ਜਗਤਾਰ ਸਿੰਘ ਹਵਾਰੇ ਉਹਨਾਂ ਦੇ ਕੇਸ ਦੇ ਵਿੱਚ ਲਿਖ ਦਿੱਤਾ, ਪਰ ਵੈਸੇ ਵੀ ਜਿਹੜਾ ਲਾਈਫ ਸੈਂਟੈਂਸ ਆ ਉਹਦਾ ਮਤਲਬ ਲਾਈਫ ਸੈਂਟੈਂਸ ਹੀ ਆ ਐਜ਼ ਪਰ ਸੁਪਰੀਮ ਕੋਰਟ, ਐਜ਼ ਪਰ ਲਾਓ। ਤੇ ਉਹ ਨਾਲ ਹੀ ਉਹਨਾਂ ਨੇ ਅੱਗੇ ਇਹਨੂੰ ਟਰਮ ਨੂੰ ਪੂਰਾ ਕੀਤਾ, ਪਰ ਜਿਹੜੀਆਂ ਪਾਵਰਾਂ ਐਗਜ਼ੈਕਟਿਵ ਨੂੰ ਵਾਇਆ ਪ੍ਰੈਜ਼ੀਡੈਂਟ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆਰਟੀਕਲ 72 161 ਗਵਰਨਰ ਨੂੰ ਤੇ 432 ਤੇ 433 CRPC ਐਗਜ਼ੈਕਟਿਵ ਸਟੇਟ ਗਵਰਨਮੈਂਟ ਨੂੰ ਮਿਲੀਆਂ, ਉਹਨੂੰ ਅਸੀਂ ਉਹਨਾਂ ਨੇ ਕਿਹਾ ਵੀ ਇਹ ਪਾਇਸ ਜਿਹੜੀਆਂ ਇੱਕ ਪਵਿੱਤਰ ਉਹਨਾਂ ਦੇ ਧਾਰਾਵਾਂ ਹੈਗੀਆਂ ਇਹਨੂੰ ਅਸੀਂ ਬਿਲਕੁਲ ਨਹੀਂ ਛੋੜਦੇ, ਪਰ ਲਾਈਫ ਦਾ ਮਤਲਬ ਲਾਈਫ ਆ। ਸੋ ਭਾਵੇਂ ਉਹ 'ਚ ਸਪੈਸੀਫਿਕ ਲਿਖ ਦਿੱਤਾ ਹੋਇਆ ਤੇ ਇਹ ਇਸ ਅਪੀਲ ਵੀ ਪੈਂਡਿੰਗ ਆ ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਦੀ ਸੁਪਰੀਮ ਕੋਰਟ ਦੇ ਵਿੱਚ, ਜਿਹੜੀ ਉਹਦੀ ਵੀ ਅਜੇ ਤੱਕ ਸੁਣਵਾਈ ਨਹੀਂ ਹੋ ਸਕੀ। ਸੋ ਉਹ ਵੀ ਵਿੱਚ ਹੀ ਸ਼ਾਮਲ ਆ, ਉਹਦਾ ਕੀਤਾ ਜਾ ਸਕਦਾ ਹੈਗਾ, ਉਹ 'ਚ ਕੋਰਟ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਕਿਉਂਕਿ ਆਲਰੇਡੀ ਸੁਪਰੀਮ ਹਾਈ ਕੋਰਟ ਦੇ ਵਿੱਚ ਅਪੀਲ ਪੈਂਡਿੰਗਸ ਜਿਹੜੇ ਪੁਲਿਸ ਅਧਿਕਾਰੀ, ਪੁਲਿਸ ਇਨਕਾਊਂਟਰਸ ਦੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਆ ਉਹਨਾਂ ਨੂੰ ਵੀ ਤਾਂ ਪੰਜਾਬ ਸਰਕਾਰ ਨੇ, ਬਾਦਲ ਨੇ ਤੇ ਕੈਪਟਨ ਨੇ ਛੱਡਿਆ ਹੀ ਹੈਗਾ। ਸੋ ਭਾਈ ਜਗਤਾਰ ਸਿੰਘ ਹਵਾਰਾ ਨੂੰ 25-26 ਸਾਲ ਹੋ ਗਏ। ਜਿਹੜੀ ਤੁਸੀਂ ਜੇਲ੍ਹ ਬ੍ਰੇਕ ਦੀ ਗੱਲ ਕੀਤੀ ਆ ਉਹ ਇੱਕ ਜੇਲ੍ਹ ਓਫੈਂਸ ਆ, ਜੇਲ੍ਹ ਬ੍ਰੇਕ ਇੱਕ ਜੇਲ੍ਹ ਓਫੈਂਸ ਆ, ਉਹਨਾਂ ਨੂੰ ਕਨਵਿਕਸ਼ਨ ਵੀ ਹੋਈ ਆ। ਪਰ ਜਦੋਂ ਕਿਸੇ ਦਾ ਕੇਸ ਰਿਲੀਜ਼ ਵਾਸਤੇ ਵਿਚਾਰਿਆ ਜਾਣਾ ਤਾਂ ਇਹ ਰੂਲ ਆ ਵੀ ਉਸ ਤੋਂ ਪਿਛਲੇ 5 ਸਾਲ ਉਹਦਾ ਕੋਈ ਜੇਲ੍ਹ ਓਫੈਂਸ ਨਹੀਂ ਹੋਣਾ ਚਾਹੀਦਾ।
ਆਮ ਹਾਲਾਤਾਂ ਦੇ ਵਿੱਚ 5 ਸਾਲ, ਕਿਉਂਕਿ ਜੇਲ੍ਹ ਬ੍ਰੇਕ ਤਾਂ 2004 ਦਾ ਹੋ ਗਿਆ, ਉਸ ਗੱਲ ਨੂੰ ਵੀ 16 ਸਾਲ ਹੋ ਗਏ ਤੇ ਉਹਨਾਂ ਦੇ ਉਹ ਪ੍ਰੂਫ ਜਿੰਨਾ ਹੋਇਆ 3 ਸਾਲ ਉਹਨਾਂ ਦੀ ਅੰਡਰਗੋਨ ਹੋ ਗਈ। ਸੋ ਉਹ ਵੀ ਉਹਨਾਂ ਦੇ ਰਿਹਾਈ ਦੇ ਵਿੱਚ ਕੋਈ ਅੜਿੱਕਾ ਨਹੀਂ ਹੈਗਾ, ਨਾ ਹਾਈ ਕੋਰਟ ਦੀ ਉਹ ਜਜਮੈਂਟ ਅੜਿੱਕਾ ਵੀ ਜਿਹੜੇ ਉਹਨੇ ਕਿਹਾ ਵੀ ਨੈਚੁਰਲ ਸਾਰੀ ਲਾਈਫ ਰੱਖੋ, ਕਿਉਂਕਿ ਉਹ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਤੇ ਸੁਪਰੀਮ ਕੋਰਟ ਨੇ ਇਹ ਵੀ ਕਹੀ ਹੈ ਵੀ 72 161 ਚ ਐਗਜ਼ੈਕਟਿਵ ਆਪਣੀਆਂ ਪਾਵਰਾਂ ਯੂਜ਼ ਕਰ ਸਕਦੀ ਹੈਗੀ ਆ। ਅੱਛਾ, ਕੇਸ ਟੂ ਕੇਸ ਥੋੜਾ ਜਾਣਾ ਚਾਹਾਂਗਾ। ਇਹ ਇੱਕ ਛੋਟਾ ਹੋਰ ਸਵਾਲ ਮੇਰਾ, ਕਿਉਂਕਿ ਇਹ ਇੱਕ ਪੋਲੀਟੀਕਲ ਗੱਲਬਾਤ ਹੋ ਰਹੀ ਹੈ, ਸਿਆਸੀ ਮਾਹੌਲ ਹੈ, ਚੋਣਾਂ ਆ ਰਹੀਆਂ ਨੇ। ਇਹ ਸਮਝਿਆ ਜਾ ਰਿਹਾ ਸੀ ਅੱਜ ਤੋਂ ਤਕਰੀਬਨ 1.25 ਸਾਲ 1.5 ਸਾਲ ਪਹਿਲਾਂ ਵੀ ਇਹ ਗੱਲਾਂ ਬਾਤਾਂ ਉੱਠੀਆਂ ਸਨ ਵੀ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ। ਉਸ ਵਕਤ ਕਿਸਾਨੀ ਅੰਦੋਲਨ ਜਦੋਂ ਸ਼ੁਰੂ ਨਹੀਂ ਸੀ ਹੋਇਆ, ਉਸ ਤੋਂ ਪਹਿਲਾਂ ਚਰਚਾਵਾਂ ਚੱਲਦੀਆਂ ਪਈਆਂ ਸਨ ਵੀ ਸੁਖਦੇਵ ਸਿੰਘ ਢੀਂਡਸਾ ਹੋਣਾ ਦਾ, ਜਿਹੜਾ ਵੀ ਉਸ ਵਕਤ ਖੈਰ ਨਾ ਸੰਯੁਕਤ ਨਹੀਂ ਸੀ ਇਸ ਦਾ, ਲੇਕਿਨ ਜਿਹੜਾ ਵੀ ਅਕਾਲੀ ਦਲ ਹੋਏਗਾ ਇਹ ਬੀਜੇਪੀ ਦੇ ਨਾਲ ਰਲਣਗੇ ਤੇ ਉਸ ਤੋਂ ਬਾਅਦ ਸਿੱਖ ਕੈਦੀਆਂ ਦੀ ਰਿਹਾਈ ਨੂੰ ਇੱਕ ਸਿਆਸੀ ਮੁੱਦਾ ਬਣਾ ਕੇ ਉਭਾਰਿਆ ਜਾਏਗਾ। ਸੋ ਕਿਸਾਨ ਅੰਦੋਲਨ ਆ ਗਿਆ, ਹਾਲਾਤ ਬਦਲ ਗਏ, ਉਸਦੇ ਚੱਲਦਿਆਂ ਉਹ ਗੱਲਬਾਤ ਅੱਗੇ ਨਹੀਂ ਤੁਰ ਪਾਈ। ਹੁਣ ਇਹ ਗੱਲਬਾਤ 2 ਦਿਨ ਪਹਿਲਾਂ ਜਦੋਂ ਮੁਲਾਕਾਤ ਹੁੰਦੀ ਹੈ, ਇਸ ਨੂੰ ਨਵਾਂ ਇੱਕ ਜਿਹਨੂੰ ਕਹਿੰਦੇ ਇੰਪੈਟਸ ਮਿਲਦਾ ਹੈ। ਤੁਸੀਂ ਇਹ ਸੂਚੀ ਬਣਾਈ ਹੈ, ਤੁਹਾਡੇ ਤੋਂ ਲੋਕਾਂ ਨੇ ਸੂਚੀ ਸੋਰਸ ਕੀਤੀ ਹੈ, ਤੁਸੀਂ ਇਹ ਸੂਚੀ ਕਿੰਨੀ ਦੇਰ ਪਹਿਲਾਂ ਤਿਆਰ ਕੀਤੀ ਸੀ? ਦੇਖੋ, ਇਹ ਸੂਚੀ ਤਾਂ ਰੈਗੂਲਰ ਕੰਟੀਨਿਊ ਹੀ ਮੈਂ ਕਰਦਾ ਰਿਹਾ ਪਿਛਲੇ ਲਗਭਗ 10 ਸਾਲ ਤੋਂ ਹੀ, ਵੀ ਕਿਹੜੇ ਬੰਦਾ ਆ ਗਏ। ਚ ਬਹੁਤ ਸਾਰੇ ਹੋਰ ਬੰਦੇ ਸੀ, ਜਦੋਂ ਬਾਦਲ ਸਰਕਾਰ ਸੀ ਉਦੋਂ ਬਹੁਤ ਬੰਦੇ ਛੁੱਟੇ ਵੀ, 1-2 ਕੈਪਟਨ ਸਰਕਾਰ ਦੇ ਟਾਈਮ ਵੀ ਛੁੱਟੇ। ਸੋ ਇਹ ਤਾਂ ਅਪਡੇਟ ਸੂਚੀ ਆ 20 ਬੰਦਿਆਂ ਦੀ। ਇਹ ਗੱਲ ਜਿਹੜੀ ਸ਼ੁਰੂ ਹੋਈ ਆ ਉਹ ਤਾਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਮੋਦੀ ਸਰਕਾਰ ਨੇ ਅਨਾਉਂਸ ਕੀਤੇ ਸੀ, ਜਿਹੜੇ 9 ਬੰਦਿਆਂ ਨੂੰ ਰਿਲੀਫ ਦੇਣਾ, ਇੱਕ ਫਾਂਸੀ ਦੀ ਸਜ਼ਾ ਤੋੜਨੀ ਤੇ ਇੱਕ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਸੀ, 9 ਉਮਰ ਕੈਦੀਆਂ ਨੂੰ ਰਿਹਾਈ ਕਰਨੀ। ਸੋ ਗੱਲ ਉਹ ਤੋਂ ਵੀ ਪਹਿਲਾਂ ਦੀ ਆ। 2013-14 ਭਾਈ ਗੁਰਬਖਸ਼ ਸਿੰਘ ਖਾਲਸੇ ਨੇ ਜਦੋਂ ਭੁੱਖ ਹੜਤਾਲ ਰੱਖੀ ਆ, ਉਦੋਂ ਪਰੋਲ ਮਿਲੀ ਬੇਅੰਤ ਅਸੈਸੀਨੇਸ਼ਨ ਵਾਲੇ, ਜਿਹਨਾਂ ਤੁਸੀਂ ਨਾਂ ਲਾ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਨੂੰ, ਤੇ ਗੱਲ ਉਦੋਂ ਦੀ ਤੁਰੀ ਹੋਈ ਆ। ਮੰਨ ਲਓ 8-9 ਸਾਲ ਹੋ ਗਈ। ਤੇ ਉਸ ਤੋਂ ਪਹਿਲਾਂ ਵੀ ਜੇ ਹੁਣ ਹੋਰ ਪਿੱਛੇ ਜਾਈਏ ਤਾਂ ਉਹ ਜਿਹੜੀ ਪ੍ਰੋਫੈਸਰ ਸਰਚਾਂਦ ਸਿੰਘ ਨੇ ਕਿਹਾ ਵੀ 1999 ਦੇ ਵਿੱਚ ਵੀ ਇਹ ਗੱਲ ਹੋਈ ਸੀ ਵੀ ਬੰਦੀ ਸਿੰਘਾਂ ਨੂੰ ਜਿਹੜਾ ਛੱਡਿਆ ਜਾਵੇ। ਸੋ ਗੱਲ ਤਾਂ ਬਹੁਤ ਲੰਮੇ ਸਮੇਂ ਦੇ ਉੱਤੋਂ ਚੱਲਦੀ ਆ, ਕਿਉਂਕਿ ਜਦੋਂ ਕੋਈ ਟਾਕ ਹੁੰਦੀ ਆ, ਕੋ ਬਹਿੰਦੀਆਂ 2 ਧਿਰਾਂ, ਤੇ ਉਹਦੇ ਵਿੱਚ ਸਭ ਤੋਂ ਪਹਿਲੀ ਇਹੀ ਗੱਲ ਹੁੰਦੀ ਆ ਵੀ ਜਿਹੜੇ ਜੰਗੀ ਕੈਦੀ ਆ, ਇੱਕ ਵਾਰ ਦੇ ਸਟੇਜ ਦੇ ਵਿੱਚ ਸੀਗੀ ਇੰਡੀਆ ਵਿਦ 6 ਤੇ ਉਹਦੇ ਇਹ ਕੈਦੀ ਹੈਗੇ। ਸੋ ਇਹਨਾਂ ਨੂੰ ਜਿਹੜਾ ਛੱਡਣਾ ਉਹ ਪਹਿਲੀ ਸ਼ਰਤ ਜਿਹੜੀ ਕਹੀ ਜਾਂਦੀ ਆ। ਇਹ ਟਰਮ ਮੈਂ ਨਹੀਂ ਵਰਤ ਰਿਹਾ, ਜਿਹੜੀ ਸਰਕਾਰ ਜਾਂ ਉਹ ਧਿਰਾਂ ਵਰਤ ਰਹੀਆਂ ਹੈਗੀਆਂ। ਸੋ ਮੈਂ ਤਾਂ ਸਿਰਫ ਇੱਕ ਜਿਹੜੀ ਲੌਜਿਸਟਿਕ ਸਪੋਰਟ ਆ ਵੀ ਇਹ ਬੰਦਿਆਂ ਦੇ ਪਰਿਵਾਰਾਂ ਦੇ ਨਾਲ, ਉਹਨਾਂ ਦੇ ਨਾਲ ਸੰਪਰਕ ਕਰਕੇ, ਉਹਨਾਂ ਦਾ ਸਾਰਾ ਡਾਟਾ ਕਲੈਕਸ਼ਨ ਕਰਕੇ, ਉਹ ਢੀਂਡਸਾ ਸਾਹਿਬ ਨੂੰ ਮੈਂ ਮਿਲਿਆ ਵੀ ਸੀ, ਉਹਨਾਂ ਨੂੰ ਦਿੱਤੀ, ਉਹਨਾਂ ਨੂੰ ਕੈਟਾਗਰਾਈਜ਼ ਵੀ ਕੀਤਾ ਵੀ ਕਿਸ ਕੈਟਾਗਰੀ, ਤੁਸੀਂ ਕਿਹੜੇ ਬੰਦੇ ਨੂੰ ਕਿਹੜੀ ਕੈਟਾਗਰੀ ਦੇ ਵਿੱਚ ਰੱਖ ਸਕਦੇ ਹੋ, ਤੇ ਇਹਨਾਂ ਦਾ ਕੰਮ ਸਟੈਪ ਵਾਈਜ਼ ਹੀ ਹੋਊਗਾ। ਜੇ ਚਾਹਣ ਤੇ ਇੱਕਦਮ ਵੀ ਸਾਰਿਆਂ 20 ਬੰਦਿਆਂ ਨੂੰ ਆਰਟੀਕਲ 72 ਦੇ ਥੱਲੇ ਯੂਨੀਅਨ ਹੋਮ ਮਿਨਿਸਟਰੀ ਕਰਕੇ ਸਾਰਿਆਂ ਨੂੰ ਵੀ ਛੱਡ ਸਕਦੀ ਹੈਗੀ ਹੈ, ਉਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗਾ, ਕਿਉਂਕਿ ਛੱਡਦੇ ਰਹੇ ਆ। ਜਦੋਂ ਕੰਧਾਰ ਜਹਾਜ਼ ਅਗਵਾ ਹੋਇਆ ਸੀ 99 ਦੇ ਵਿੱਚ ਸ਼ਾਇਦ, ਤੇ ਉਦੋਂ ਵੀ ਬੰਦੇ ਜਿਹੜੇ ਦੋਸ਼ੀ ਆਪ ਛੱਡ ਕੇ ਆਏ ਸੀ ਉਹਨਾਂ ਨੂੰ। ਸੋ ਇਹ ਤਾਂ ਇੱਥੋਂ ਦੇ ਵਸਿੰਦੇ ਆ, ਇੱਥੋਂ ਦੇ ਰਹਿਣ ਵਾਲੇ ਆ ਨਾਗਰਿਕ, ਇਹਨਾਂ ਨੂੰ ਛੱਡਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਇਹਦੇ ਨਾਲ ਕੋਈ ਜਿਹੜਾ ਮਾਹੌਲ ਠੀਕ ਹੁੰਦਾ ਹੈਗਾ। ਸੋ ਸਾਰਿਆਂ ਦੇ ਉਹਨੂੰ ਜ਼ਖਮਾਂ ਦੇ ਉੱਤੇ ਮੱਲਮ ਮਿਲਦੀ ਆ। ਸਮਾਂ ਵੀ ਬਹੁਤ ਜ਼ਿਆਦਾ ਹੋ ਗਿਆ ਨਾਲੇ। ਜੀ ਮਾਨਪੁਰ ਸਾਹਿਬ, ਢੀਂਡਸਾ ਸਾਹਿਬ ਤੋਂ ਇਲਾਵਾ ਵੀ ਕਿਸੇ ਨੇ ਤੁਹਾਡੇ ਨਾਲ ਇਸ ਸੂਚੀ ਦੇ ਵਿੱਚ ਦਿਲਚਸਪੀ ਦਿਖਾਈ, ਕਿਸੇ ਹੋਰ ਸਿਆਸੀ ਧਿਰ ਨੇ, ਕਿਸੇ ਹੋਰ ਲੀਡਰ ਨੇ? ਨਹੀਂ ਦੇਖੋ, ਮੈਂ ਤਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਸੁਖਬੀਰ ਬਾਦਲ ਨੂੰ ਵੀ ਇਹ ਸੂਚੀ ਦਿੱਤੀ ਸੀ। ਉਦੋਂ ਕੁਝ ਬੰਦੇ ਨਹੀਂ ਸੀ, ਕੁਝ ਹੋਰ ਬੰਦੇ ਸੀਗੇ। ਸੋ ਮੈਂ ਤਾਂ ਹਰੇਕ ਪਾਰਟੀ ਨੂੰ, ਆਮ ਆਦਮੀ ਨੂੰ, ਬੀਜੇਪੀ ਨੂੰ, ਇਹਨਾਂ ਨੂੰ ਸਾਰਿਆਂ ਨੂੰ, ਕਾਂਗਰਸ ਨੂੰ, ਸੁਖਜਿੰਦਰ ਰੰਧਾਵੇ ਹੁਣੀ ਉਦੋਂ ਮਿਲੇ ਸੀਗੇ, ਤ੍ਰਿਪਤਿੰਦਰ ਬਾਜਵਾ ਜਦੋਂ ਬਰਗਾੜੀ ਮੋਰਚਾ ਸੀ ਉਦੋਂ ਉਹਨਾਂ ਦੇ ਧਿਆਨ 'ਚ ਵੀ ਲੈਂਦੀ ਸੀ। ਸੋ ਮੈਂ ਤਾਂ ਵੇ ਆਊਟ ਦੱਸ ਸਕਦਾ ਲੀਗਲ ਵੀ ਤੁਸੀਂ ਕੀ ਕਰ ਸਕਦੇ ਹੋ। ਜਿਵੇਂ ਪਰਮਾਨੈਂਟ ਪੈਰੋਲ ਦੀ ਗੱਲ ਕੀਤੀ ਸੀ, ਨਾ ਉਹ ਸੁਖਬੀਰ ਬਾਦਲ ਨੇ ਮੰਨੀ ਤੇ ਨਾ ਉਹ ਇਹਨਾਂ ਨੇ ਰੰਧਾਵੇ ਹੁਣਾਂ ਨੇ ਮੰਨੀ ਵੀ ਅਸੀਂ ਪਰਮਾਨੈਂਟ ਪੈਰੋਲ ਨਹੀਂ ਦੇਣੀ। ਅੱਜ ਦੇਖੋ ਭਾਈ ਹਰਨੇਕ ਸਿੰਘ ਭੱਪ ਤੇ ਦਇਆ ਸਿੰਘ ਲਾਹੌਰੀਆ ਨੂੰ ਰਾਜਸਥਾਨ ਹਾਈ ਕੋਰਟ ਨੇ ਦੇ ਦਿੱਤੀ, ਉਹ ਵੀ ਤਾਂ ਬਾਹਰ ਆ ਹੀ ਗਏ। ਸੋ ਪਰਮਾਨੈਂਟ ਪੈਰੋਲ ਦੀ ਪ੍ਰੋਵੀਜ਼ਨ ਇਹਨਾਂ ਨੂੰ ਕਰਨੀ ਚਾਹੀਦੀ ਸੀ, ਇਹਨਾਂ ਨੇ ਨਹੀਂ ਕੀਤੀ। ਸੋ ਇਹ ਹੁਣ ਕੇਜਰੀਵਾਲ ਨੂੰ ਕਰਨਾ ਚਾਹੀਦਾ ਸੀ, ਭੁੱਲਰ ਸਾਹਿਬ ਦਾ, ਉਹ ਵੀ ਨਹੀਂ ਕਰ ਰਿਹਾ, ਜਾਂ ਕਿਸ ਗੱਲ ਲਈ ਅੜਿਆ ਹੋਇਆ ਉਹ ਹੀ ਜਾਣ ਸਕਦਾ, ਦੱਸ ਸਕਦਾ। ਇੱਥੇ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਸਟੇਟ ਸਰਕਾਰਾਂ ਦੀ ਆਪਣੀ ਕੀ ਭੂਮਿਕਾ ਹੁੰਦੀ ਹੈ, ਤੇ ਉਸ ਵਕਤ ਜਦੋਂ ਕਿ ਅਦਾਲਤਾਂ ਵਿੱਚ ਜਾਂ ਫਿਰ ਰਾਸ਼ਟਰਪਤੀ ਸਾਹਮਣੇ ਜਾਂ ਫਿਰ ਗਵਰਨਰ ਕੋਲੇ ਕੇਸ ਪੈਂਡਿੰਗ ਹੁੰਦੇ ਨੇ, ਸੂਬਾ ਸਰਕਾਰਾਂ ਤੋਂ ਰਿਪੋਰਟਾਂ ਮੰਗੀਆਂ ਜਾਂਦੀਆਂ ਨੇ। ਹੁਣ ਤੁਸੀਂ ਹਰਨੇਕ ਭੱਪ ਤੇ ਦਇਆ ਸਿੰਘ ਲਾਹੌਰੀਆ ਦਾ ਜ਼ਿਕਰ ਕੀਤਾ,
ਇਸ ਕੇਸ ਦੇ ਵਿੱਚ ਇਫ ਆਈ ਐਮ ਨਾਟ ਰੋਂਗ ਰਿਪੋਰਟ ਕਿਹਨੇ ਦਿੱਤੀ ਸੀ ਵੀ ਇਹਨਾਂ ਦਾ ਜਿਹੜਾ ਕੰਡਕਟ ਹੈ ਤਾਂ ਇਹਨਾਂ ਕੋਈ ਖਤਰਾ ਨਹੀਂ ਸੀ? ਪੰਜਾਬ ਸਰਕਾਰ ਵੱਲੋਂ ਉਸ ਵਕਤ ਰਿਪੋਰਟ ਬਣੀ ਸੀ, ਕਿਵੇਂ ਹੋਇਆ? ਥੋੜਾ ਉਹ ਰਿਕਾਲ ਕਰਨਾ ਚਾਹਾਂਗਾ ਮੈਂ। ਉਹਨਾਂ ਦੀ ਜਿਹੜੀ ਥੱਲਿਓਂ ਰਿਪੋਰਟ ਸਹੀ ਨਹੀਂ ਗਈ ਸੀ, ਉਹਨਾਂ ਦੀ ਸਹੀ ਨਹੀਂ ਗਈ ਸੀ ਰਿਪੋਰਟ। ਉਹਨਾਂ ਨੇ ਕਿਹਾ ਇਹਨਾਂ ਦੇ ਆਉਣ ਨਾਲ ਖਤਰਾ ਹੋ ਸਕਦਾ। ਉਹ ਫਿਰ ਸਟੇਟ ਨੇ ਖਾਰਜ ਕੀਤੀ, ਰਾਜਸਥਾਨ ਸਟੇਟ ਨੇ ਖਾਰਜ ਕੀਤੀ ਵੀ ਉਹਨਾਂ ਨੇ ਲਿਖਤਾ ਵੀ ਹਰਨੇਕ ਸਿੰਘ ਭਾਪਰੀ ਤੋਂ ਰਿਪੋਰਟ ਸਹੀ ਚਲੀ ਗਈ, ਭਾਈ ਦਇਆ ਸਿੰਘ ਦੀ ਸਹੀ ਨਹੀਂ ਗਈ ਜਿਹੜੀ ਪੁਲਿਸ ਰਿਪੋਰਟ ਤੇ ਸੋਸ਼ਲ ਵੈਲਫੇਅਰ ਰਿਪੋਰਟ ਵੀ। ਪਰ ਫਿਰ ਵੀ ਅਲਟੀਮੇਟਲੀ ਤਾਂ ਸਟੇਟ ਨਹੀਂ, ਜੇ ਹੱਕ 'ਚ ਵੀ ਹੁਣ ਤੁਸੀਂ ਦੋਨੇ ਕੇਸਾਂ ਲਾ ਲਓ, ਹਰਨੇਕ ਸਿੰਘ ਭਾਪਰੀ ਹੱਕ 'ਚ ਰਿਪੋਰਟ ਗਈ, ਦਇਆ ਸਿੰਘ ਲਾਹੌਰੀ ਦੇ ਵਿਰੋਧ 'ਚ ਗਈ। ਦੋਨੇ ਕੇਸ ਜਿਹੜੇ ਆ ਉਹ ਰਾਜਸਥਾਨ ਸਰਕਾਰ ਨੇ ਜਿਹੜਾ ਉਹਨਾਂ ਦਾ ਬੋਰਡ ਹੁੰਦਾ ਉਹਨਾਂ ਨੇ ਖਾਰਜ ਕਰਤੇ ਵੀ ਅਸੀਂ ਇਹਨਾਂ ਨੂੰ ਪ੍ਰੀਮੈਚੁਰ ਰਿਲੀਜ਼ ਨਹੀਂ ਦਿੰਦੇ, ਕਿਉਂਕਿ ਇਹ ਜਿਹੜਾ केस दी ਉਹਦੀ ਦੇਖ ਕੇ ਹਾਈ ਪ੍ਰੋਫਾਈਲ ਕੇਸ ਆ, ਮਿਲਦਾ ਅਗਵਾ ਕੇਸ ਕੇ ਦੋਸ਼ੀ ਹੈ इसलिए इनको नहीं लेनी। ਫਿਰ ਉਹਨੂੰ ਹਾਈ ਕੋਰਟ ਚੈਲੰਜ ਕੀਤਾ। ਸੋ ਹਾਈ ਕੋਰਟ ਨੇ ਪੁੱਛਿਆ ਵੀ ਇਹ ਤੁਹਾਡੇ ਰੂਲ ਦੇ ਵਿੱਚ ਹੈ ਕਿਤੇ ਵੀ ਲਿਖਿਆ ਹੋਇਆ ਵੀ ਮਿਲਦਾ ਅਗਵਾ ਦੇ ਦੋਸ਼ੀਆਂ ਨੂੰ ਤੁਸੀਂ ਇਹ ਜਿਹੜੀ ਉਹ ਐਲੀਜੀਬਲ ਨਹੀਂ ਹੈਗੇ, ਡਿਨਾਈ ਕਰ ਸਕਦੇ ਹੋ? ਉਹ ਕਹਿੰਦੇ ਨਹੀਂ ਹੈਗਾ। ਫਿਰ ਕਹਿੰਦੇ ਜੇ ਐਲੀਜੀਬਲ ਹੈ ਹੋਰ ਵੀ ਇਹੋ ਜਿਹੇ ਕੇਸਾਂ ਦੇ 364 ਦੇ ਆਈਪੀਸੀ ਦੇ ਕੇਸਾਂ ਨੂੰ ਇਹਨਾਂ ਨੂੰ ਕਿਉਂ ਡਿਨਾਈ ਕਰਦੇ ਹੋ? ਨਾਲੇ ਉਹਨਾਂ ਦੇ ਵਿੱਚ ਟਾਡਾ ਵੀ ਹੈ ਨਹੀਂ ਸੀ, ਟਾਡਾ ਟੁੱਟ ਗਈ ਸੀ ਉਹਨਾਂ ਦੀ। ਸੋ ਇਸ ਕਰਕੇ ਜਿਹੜੀ ਹਾਈ ਕੋਰਟ ਨੇ ਆਰਡਰ ਕੀਤਾ ਉਹਨਾਂ ਨੂੰ ਜਿਹੜੀ ਪਰਮਾਨੈਂਟ ਪੈਰੋਲ ਦੇਣ ਦਾ। ਮੰਨ ਲਓ ਉਹੀ ਸਟੇਟ ਦੇ ਦਿੰਦੀ ਤੇ ਸਟੇਟ ਆਪਣੀ ਇੱਕ ਪੋਲੀਟੀਕਲ ਉਹ ਵੀ ਬਣਾ ਸਕਦੀ, ਦੇਖੋ ਜੀ ਅਸੀਂ ਇਹ ਜਿਹੜਾ ਫੇਵਰ ਦੇ ਵਿੱਚ ਸਿੱਖਾਂ ਦੀ ਫੇਵਰ 'ਚ ਕੰਮ ਕੀਤਾ, ਪਰ ਹਾਈ ਕੋਰਟ ਨੇ ਕੀਤਾ, ਸਟੇਟ ਨੇ ਅਪੋਜ਼ ਹੀ ਕੀਤਾ। ਰਾਜਸਥਾਨ ਹਾਈ ਕੋਰਟ ਨੇ ਉਹਨਾਂ ਨੂੰ ਰਿਲੀਫ ਦਿੱਤੀ, ਸਰਕਾਰਾਂ ਨੇ ਨਹੀਂ ਦਿੱਤੀ। ਸਰਕਾਰ ਨੇ ਉਲਟ ਫੈਸਲਾ ਕੀਤਾ ਉਹਨਾਂ ਦਾ। ਅੱਛਾ, ਹਰਨੇਕ ਸਿੰਘ ਭੱਪ ਤੇ ਦਇਆ ਲਾਹੌਰੀ ਇਸ ਵਕਤ ਪਰਮਾਨੈਂਟ ਪੈਰੋਲ ਤੇ ਹੈ ਤੁਸੀਂ ਕਹਿ ਰਹੇ ਹੋ, ਰਾਈਟ? ਪਰਮਾਨੈਂਟ ਪੈਰੋਲ ਤੇ ਹੈ ਜੀ। ਇਟ ਮੀਨਸ ਕਿ ਪਰਮਾਨੈਂਟ ਪੈਰੋਲ ਦਾ ਹੀ ਪ੍ਰੋਵੀਜ਼ਨ ਹੋਰ ਥਾਂ ਤੇ ਹੀ ਲਾਗੂ ਹੋ ਸਕਦਾ ਹੈ। ਕੁਝ ਕੇਸਿਸ ਦੇ ਵਿੱਚ ਪੰਜਾਬ ਸਰਕਾਰਾਂ ਜਾਂ ਇੱਥੇ ਕੇਸ ਕਿਹੜਾ ਹੈ, ਦਿੱਲੀ ਸਰਕਾਰ ਇਹ ਚੀਜ਼ ਤੈਅ ਕਰੇਗੀ? ਕਿਉਂਕਿ ਇਸ ਕੇਸ ਦੇ ਵਿੱਚ ਜੇ ਆਪਾਂ ਬੇਅੰਤ ਸਿੰਘ ਅਸੈਸੀਨੇਸ਼ਨ ਦੀ ਗੱਲ ਕਰੀਏ, ਉਹ ਚੰਡੀਗੜ੍ਹ 'ਚ ਹੁੰਦੀ ਹੈ। 7 ਜਿਹੜੇ ਮੁਕੱਦਮ ਹੈਗੇ ਨੇ ਉਹਨਾਂ ਦੇ ਜਿਹੜੇ ਮੁਕੱਦਮੇ ਸੀਬੀਆਈ ਨੇ ਇੱਥੇ ਹੈਂਡਲ ਕੀਤੇ, ਲੇਕਿਨ ਇਹ ਹੁਣ ਦਿੱਲੀ ਸਰਕਾਰ ਦੇ ਉੱਤੇ, ਅਰਵਿੰਦ ਕੇਜਰੀਵਾਲ ਸਰਕਾਰ ਦੇ ਉੱਤੇ ਗੱਲਬਾਤ ਕਿਵੇਂ ਤੇ ਕਿਉਂ ਆ ਰਹੀ ਹੈ ਤੇ ਉਹਨਾਂ ਦੇ ਕੀ ਲੋਕਸ ਸਟੈਂਡ ਹੈ, ਉਹਨਾਂ ਨੇ ਕੀ ਹੁਣ ਕਾਜ਼ ਆਫ ਐਕਸ਼ਨ ਹੈ ਉਹਨਾਂ ਲਈ? ਨਹੀਂ, ਦਿੱਲੀ ਦੀ ਕੇਜਰੀਵਾਲ ਸਰਕਾਰ ਤਾਂ 2 ਕੇਸਾਂ ਨਾਲ ਸੰਬੰਧਿਤ ਹੀ ਹੈ। ਇੱਕ ਪ੍ਰੋਫੈਸਰ ਦੁਰਿੰਦਰਪਾਲ ਸਿੰਘ ਭੁੱਲਰ ਦੀ ਪ੍ਰੀਮੈਚੁਰ ਰਿਲੀਜ਼ ਦਾ ਤੇ ਭਾਈ ਜਗਤਾਰ ਸਿੰਘ ਹਵਾਰੇ ਦੀ ਜੇਲ੍ਹ ਟ੍ਰਾਂਸਫਰ ਦਾ। ਹੋਰ ਯੂਟੀ ਦੇ ਜਿਹੜੇ ਕੇਸ ਚੰਡੀਗੜ੍ਹ ਦੇ ਹੈਗੇ, ਬੇਅੰਤ ਮਰਡਰ ਕੇਸ ਦਾ ਕੇਜਰੀਵਾਲ ਨਾਲ ਕੋਈ ਸੰਬੰਧ ਨਹੀਂ ਹੈਗਾ। ਉਹਦਾ ਸੰਬੰਧ ਸਿਰਫ ਭੁੱਲਰ ਸਾਹਿਬ ਦੇ ਨਾਲ ਆ, ਮੇਨ ਰਿਹਾਈ ਦਾ। ਤੇ ਇੱਥੋਂ ਵਾਲਾ ਜਿਹੜਾ ਬੇਅੰਤ ਮਰਡਰ ਕੇਸ ਦੇ 7 ਬੰਦੇ ਹੈਗੇ ਆ, ਇਹ ਯੂਟੀ ਐਡਮਿਨਿਸਟ੍ਰੇਸ਼ਨ ਹੀ ਮੰਨ ਲਓ ਵੀ ਸੈਂਟਰ ਗਵਰਨਮੈਂਟ ਸਿੱਧੇ ਰੂਪ ਦੇ ਵਿੱਚ ਇਨਵੋਲਵ ਆ ਜਾਂ ਉਹ ਰਿਸਪੌਂਸੀਬਲ ਆ ਉਹ ਫਾਈਨਲ ਡਿਸੀਜਨ ਲੈਣ ਦੇ। ਤੇ ਹੁਣ ਤੁਹਾਨੂੰ ਕਿੰਨੀ ਆਸ ਨਜ਼ਰ ਆ ਰਹੀ ਹੈ? ਕਿਉਂਕਿ ਹੁਣ ਜੇ ਦੇਸ਼ ਦੇ ਗ੍ਰਹਿ ਮੰਤਰੀ ਕੋਲੇ ਕੇਸ ਪਹੁੰਚ ਜਾਂਦਾ ਹੈ, ਉਹ ਵੀ ਇਸ ਮੁਤਲਕ ਇੱਕ ਚੰਗੇ ਮਾਹੌਲ ਦੇ ਵਿੱਚ ਬੈਠ ਕੇ ਲੀਡਰਾਂ ਨੂੰ ਇੱਕ ਚੰਗੀ ਆਡੀਅנס ਦੇ ਦਿੰਦੇ ਨੇ। ਲੇਕਿਨ ਦੂਸਰੇ ਪਾਸੇ ਇੱਥੇ ਹਰ ਆਏ ਦਿਨ ਆਪਾਂ ਰਿਕਵਰੀਆਂ ਵੇਖ ਰਹੇ ਨੇ, ਗ੍ਰੇਨੇਡ ਫੜੇ ਜਾ ਰਹੇ ਨੇ। ਪੰਜਾਬ ਦੇ ਵਿੱਚ ਇੱਕ ਮਾਹੌਲ ਹੈ, ਬੀਜੇਪੀ ਤਾਂ ਖੁਦ ਅਜਿਹੀ ਪਾਰਟੀ ਹੈ, ਕੈਪਟਨ ਅਮਰਿੰਦਰ ਸਿੰਘ ਖੁਦ ਅਜਿਹੇ ਲੀਡਰ ਰਹੇ ਨੇ, ਜਾਂ ਫਿਰ ਉਹਨਾਂ ਜਿੰਨੇ ਵੀ ਭਾਈਵਾਲ ਨੇ, ਇੱਕ ਮੁਲਕ ਦੀ ਸੁਰੱਖਿਆ ਦਾ ਤਾਂ ਇੱਕ ਬੜਾ ਵੱਡਾ ਹਊਆ ਲੋਕਾਂ ਨੇ ਖੁਦ ਬਣਾ ਰੱਖਿਆ ਹੈ। ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਸਿੱਖ ਕੈਦੀਆਂ ਦੀ ਰਿਹਾਈ, ਤੁਹਾਨੂੰ ਲੱਗਦਾ ਨਹੀਂ ਵੀ ਆਪਸ ਦੇ ਵਿੱਚ ਇਸ 'ਚ ਕੰਟਰਾਡਿਕਸ਼ਨ ਬੜੀ ਵੱਡੀ ਹੈ? ਇੱਕ ਪਾਸੇ ਤੁਸੀਂ ਇੰਟਰਨਲ ਸਿਕਿਉਰਿਟੀ ਸੁਰੱਖਿਆ ਦਾ ਰਾਗ ਅਲਾਪ ਰਹੇ ਹੋ ਤੇ ਦੂਸਰੇ ਪਾਸੇ ਤੁਸੀਂ ਉਹਨਾਂ ਲੋਕਾਂ ਨੂੰ ਛੱਡੋਗੇ ਜੋ ਕਿ ਸੈਬੋਟਾਜ ਦੀਆਂ ਐਕਟੀਵਿਟੀਜ਼, ਬੇਸ਼ੱਕ ਉਹ ਫਿਰ ਇੱਕ ਕੌਮ ਦੇ ਨਾਂ ਦੇ ਉੱਤੇ ਉਹਨਾਂ ਨੇ ਕੀਤੀਆਂ, ਲੇਕਿਨ ਉਹਦੇ ਵਿੱਚ ਇਨਵੋਲਵ ਤਾਂ ਰਹੇ। ਨਹੀਂ, ਦੇਖੋ ਉਹਦੇ 'ਚ ਜੇ ਕੋਈ ਐਕਟੀਵਿਟੀ ਹੋ ਰਹੀ ਉਹਦੇ ਲਈ ਉਹ ਜੇਲ੍ਹ 'ਚ ਜਿਨ੍ਹਾਂ ਨੇ 25-30 ਸਾਲ ਕੱਟ ਲਏ ਉਹ ਜ਼ਿੰਮੇਵਾਰ ਥੋੜ੍ਹਾ ਆ। ਜਾਂ ਤਾਂ ਉਹਨਾਂ ਦੀ ਕੋਈ ਇਨਵੋਲਵਮੈਂਟ ਹੋਵੇ ਫਿਰ ਤਾਂ ਤੁਸੀਂ ਕਹੋ ਵੀ ਇਸ ਤਰ੍ਹਾਂ ਦਾ ਕੋਈ ਵੀ ਕ੍ਰਾਈਮ ਤਾਂ ਸੋਸਾਇਟੀ ਦੇ ਵਿੱਚ ਕਿਸੇ ਸਟੇਟ 'ਚ ਹੋ ਹੀ ਜਾਣਾ, ਤੇ ਸਾਰੇ ਜੇਲ੍ਹ ਵਾਲੇ ਵੀ ਨਾ ਛੱਡੋ। ਫਿਰ ਜਿਹੜੇ ਮਰਡਰ ਵਾਲੇ ਹੈਗੇ ਆ, ਜਿਹੜੇ ਰੇਪ ਵਾਲੇ ਹੈਗੇ ਆ, ਰੇਪ ਤਾਂ ਫਿਰ ਵੀ ਹੋਈ ਜਾ ਰਹੇ ਆ। ਰੇਪ ਬੰਦ ਥੋੜ੍ਹਾ ਹੋ ਗਿਆ ਜੇ ਰੇਪ ਵਾਲਿਆਂ ਨੂੰ ਉਹ ਵੀ ਹੋ ਗਈ। ਸੋ ਜਿਹੜਾ ਰਿਸਪੌਂਸੀਬਲ ਹੈਗਾ, ਇੱਕ ਇੰਡੀਵਿਜੂਅਲ ਕੋਈ ਰਿਸਪੌਂਸੀਬਲ ਹੈਗਾ ਤਾਂ ਉਹ ਇੰਡੀਵਿਜੂਅਲ ਉਹ ਭੁਗਤੂਗਾ ਆਪਣੀ। ਉਹਦੇ 'ਚ ਹੁਣ ਜੇ ਇੱਥੇ ਹਥਿਆਰ ਫੜੇ ਜਾਂਦੇ ਆ, ਭੁੱਲਰ ਸਾਹਿਬ ਜਾਂ ਭਾਈ ਜਗਤਾਰ ਸਿੰਘ ਹਵਾਰਾ ਉਹਦੇ ਲਈ ਥੋੜ੍ਹਾ ਰਿਸਪੌਂਸੀਬਲ ਹੈਗੇ ਆ। ਉਹਨਾਂ ਨੇ ਜੇ ਕੋਈ ਦੇਸ਼ ਦੇ ਕਾਨੂੰਨ ਮੁਤਾਬਕ ਕ੍ਰਾਈਮ ਕੀਤਾ ਉਹਨਾਂ ਨੇ ਸਜ਼ਾ ਭੁਗਤ ਲਈ। ਜੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਵਾਲੇ ਛੱਡੇ ਆ 4-5 ਸਾਲ ਦੀ ਉਮਰ ਕੈਦ ਤੋਂ ਬਾਅਦ, ਹਾਈ ਕੋਰਟ ਅਪੀਲਾਂ ਪੈਂਡਿੰਗ। ਸੋ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਵੀ ਦੇਸ਼ ਦੇ ਕਾਨੂੰਨ ਨੂੰ ਸਮਾਨਤਾ ਨਾਲ ਲਾਗੂ ਕੀਤਾ ਜਾਵੇ। ਜੇ ਤਾਂ ਪੁਲਿਸ ਵਾਲੇ ਸਿੱਖ ਮੁੰਡਾ ਮਾਰ ਦੇਣ ਤਾਂ ਫਿਰ ਉਹ ਉਮਰ ਕੈਦ ਵੀ ਹੋ ਜਾਏ ਸੀਬੀਆਈ ਕੋਰਟ ਤੋਂ ਤਾਂ ਉਹ 4-5 ਸਾਲ ਬਾਅਦ ਛੁੱਟ ਜਾਵੇ। ਤੇ ਜੇ ਸਿੱਖ ਨੇ ਕੋਈ ਮਾਰਤਾ ਤਾਂ ਫਿਰ ਸਿੱਖ ਛੁੱਟੇ ਨਾ 25-30 ਸਾਲ। ਫਿਰ ਇਹ ਤਾਂ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਦੇ ਉੱਤੇ ਸਵਾਲੀਆ ਚਿੰਨ੍ਹ ਲਾਉਣ ਵਾਲੇ ਲੀਡਰ ਹੋਏ ਨਾ ਇਹ। ਜੇ ਕੋਈ ਇੰਟਰਨਲ ਐਕਸਟਰਨਲ ਸਿਕਿਉਰਿਟੀ ਦੀ ਪ੍ਰੋਬਲਮ ਹੈਗੀ ਆ, ਜਿਹੜੇ ਰਿਸਪੌਂਸੀਬਲ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ। ਕਈ ਵਾਰ ਤਾਂ ਰਿਸਪੌਂਸੀਬਲ ਏਜੰਸੀ ਆਪ ਹੀ ਹੋ ਜਾਂਦੀਆਂ। ਉਹਦੇ 'ਚ ਕੀ ਕਿਹਾ ਜਾ ਸਕਦਾ ਜੇ ਇਨਵੈਸਟੀਗੇਸ਼ਨ ਥੋਰੋ ਹੋਵੇ। ਜੀ,
ਮਨਪ੍ਰੀਤ ਜੀ, ਇੱਥੇ ਮੈਂ ਜਿਹੜੇ ਇੰਡੀਵਿਜੂਅਲ ਕੇਸਿਸ ਦੀ ਗੱਲ ਕਰਾਂਗਾ। ਜਿਹੜੇ ਦਵਿੰਦਰਪਾਲ ਸਿੰਘ ਭੁੱਲਰ ਨੇ, ਇਹਨਾਂ ਦੇ ਉੱਤੇ ਜਿਹੜਾ ਬੇਸਿਕਲੀ ਕਾਂਗਰਸ ਦੇ ਦਫ਼ਤਰ ਦੇ ਬਾਹਰ ਧਮਾਕਾ ਬਲਾਸਟ ਹੁੰਦਾ ਹੈ, ਉਹਦਾ ਮੇਨ ਕੇਸ ਸੀ। ਇਸ ਤੋਂ ਇਲਾਵਾ 7 ਆਪਾਂ ਮੁਲਜ਼ਮ ਸਨੇ ਜਗਤਾਰ ਸਿੰਘ ਹਵਾਰਾ ਹੋਣਾ ਦੇ ਬੇਅੰਤ ਸਿੰਘ ਅਸੈਸੀਨੇਸ਼ਨ ਕੇਸ ਦੇ ਕਰ ਲਏ। ਇਸ ਤੋਂ ਇਲਾਵਾ ਹੋਰ ਵੀ ਕੁਝ ਲੋਕ ਨੇ। ਕੁਲਬੀਰ ਬੜਾ ਪਿੰਡ ਦਾ ਕੇਸ ਹੈ, ਇਹ ਬੇਸਿਕਲੀ ਆਪਸ ਦਾ ਰੌਲਾ ਸੀ, ਦੋ ਭਰਾਵਾਂ ਦੀ ਲੜਾਈ ਦੇ ਵਿੱਚ ਮੌਤ ਹੋ ਜਾਂਦੀ ਹੈ, ਤੇ ਉਹ 2015 ਦਾ ਕੇਸ ਹੈ। ਹੁਣ ਕੁਲਬੀਰ ਸਿੰਘ ਬੜਾ ਪਿੰਡ ਉਹਨਾਂ ਨੂੰ ਐਕਸਟ੍ਰਾਡਾਈਟ ਕਰਕੇ ਲਿਆਂਦਾ ਜਾਂਦਾ, ਲੇਕਿਨ ਇੱਥੇ ਇੱਕ ਸਥਾਨਕ ਜਿਹੜਾ ਮੁਕੱਦਮਾ ਹੁੰਦਾ ਹੈ, ਉਹਦੇ ਵਿੱਚ 2015 ਦੇ ਵਿੱਚ ਸਜ਼ਾ ਹੁੰਦੀ ਹੈ। ਸੋ ਬਥੇਰੇ 2 ਜਾਂ 3 ਇਹਨਾਂ ਵਿੱਚੋਂ ਅਜਿਹੇ ਕੈਦੀ ਨੇ ਜਿਨ੍ਹਾਂ ਨੂੰ 5-5 6-6 ਸਾਲ ਹੀ ਹੋਏ ਨੇ ਅਜੇ ਜੇਲ੍ਹਾਂ ਵਿੱਚ। ਉਹਨਾਂ ਦਾ ਕੀ ਬੇਸ ਜਾਂ ਗਰਾਊਂਡ ਬਣ ਸਕਦਾ ਹੈ? ਕਿਉਂਕਿ ਇਹਨਾਂ ਨੂੰ ਲੰਮੀਆਂ ਸਜ਼ਾਵਾਂ ਨਹੀਂ ਹੋਈਆਂ, ਬਾਕੀਆਂ ਦੀ ਤਾਂ ਚਲੋ 20-20 22-22 ਸਾਲ ਹੋ ਗਏ ਨੇ ਜੇਲ੍ਹਾਂ 'ਚ, ਤੇ 15-15 ਸਾਲ। ਜਿਵੇਂ ਦੇਖੋ, ਮੈਂ ਇਹ ਜਿਹੜੀ ਤੁਸੀਂ ਕਹਿੰਦੇ ਢੀਂਡਸਾ ਸਾਹਿਬ ਨੂੰ ਉਹਦੇ 'ਚ ਕੈਟਾਗਰਾਈਜ਼ ਕੀਤਾ, ਉਹ 'ਚ A+ ਦੇ ਵਿੱਚ ਰੱਖਿਆ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖੇੜਾ। ਹੁਣ ਗੁਰਦੀਪ ਭੁੱਲਰ ਸਾਹਿਬ ਦੇ ਕੇਸ ਦਾ ਆਪਾਂ ਦੇਖ ਲਿਆ। ਗੁਰਦੀਪ ਸਿੰਘ ਖੇੜੇ ਦਾ ਬਿਦਲ ਦੇ ਵਿੱਚ ਬਲਾਸਟ ਹੋਏ ਸੀ, ਉੱਥੇ ਉਹਨੂੰ ਸਜ਼ਾ ਹੋਈ ਸੀ ਉਮਰ ਕੈਦ। ਉਹਦੀ 6 ਦਸੰਬਰ 1990 ਦੀ ਅਰੈਸਟ ਆ, ਉਹਦੀ 31 ਸਾਲ ਉਹਦੇ ਪੂਰੇ ਹੋ ਗਏ ਆ। ਸੋ ਉਹ ਆ ਜਿਹੜੇ ਤੁਸੀਂ ਉਹ 5-5 6-6 ਸਾਲ ਵਾਲੇ ਕਹਿੰਦੇ ਹੋ, ਉਹਦੇ ਵਿੱਚ 2 ਬੰਦੇ ਉਹ ਆ ਜਿਨ੍ਹਾਂ ਨੇ ਉਹ ਬੇਅਦਬੀ ਵਾਲੀ ਔਰਤ ਦਾ ਕਤਲ ਕੀਤਾ, ਉਹ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਆ। 3 ਬੰਦੇ ਉਹ ਆ ਜਿਨ੍ਹਾਂ ਨੂੰ ਨਵੇਂ ਸ਼ਹਿਰ ਕਿਤਾਬਾਂ ਲਿਟਰੇਚਰ ਦੇ ਸੰਬੰਧ 'ਚ 121 ਦੇ ਵਿੱਚ ਜਿਹੜੀ ਸਜ਼ਾ ਹੋਈ ਸੀ। ਸੋ ਜਿਹੜਾ 5-6 ਸਾਲ ਵਾਲੇ ਹੈਗੇ, 9 ਸਾਲ ਵਾਲੇ ਵੀ ਹੈਗੇ ਆ, ਜਿਹੜੇ ਟਾਡਾ ਦੇ ਕੇਸ ਪੁਰਾਣੇ ਆ, ਪਰ ਉਹਨਾਂ ਨੂੰ ਸਜ਼ਾ ਬਾਅਦ ਦੇ ਵਿੱਚ ਹੋਈ। ਉਹ ਪਹਿਲਾਂ ਬੇਲ ਤੇ ਉੱਤੇ ਸੀ ਮੁਰਾਦਾਬਾਦ ਤੇ ਮੇਰਠ ਦੀ ਜੇਲ੍ਹ ਦੇ ਵਿੱਚ। ਉਹ 3 ਤਾਂ ਬਜ਼ੁਰਗ ਹੀ ਆ ਉਹਨਾਂ ਚੋਂ। ਸੋ ਉਹਨਾਂ ਨੂੰ ਸਜ਼ਾ ਹੋਈ 9 ਸਾਲ। ਮੁਰਾਦਾਬਾਦ ਦਾ ਕੀ ਕੇਸ ਸੀ, ਇਹ ਵੀ ਥੋੜਾ ਜਾਣਕਾਰੀ ਦੇ ਦਿਓ। ਮੁਰਾਦਾਬਾਦ ਦੇ 4 ਲੋਕ ਹੈਗੇ ਨੇ ਇਹਨਾਂ ਚੋਂ। ਮੁਰਾਦਾਬਾਦ ਯੂਪੀ ਦੇ ਹੈਗੇ ਆ। ਇਹ ਜਿਹੜਾ ਕੇਸ ਸੀਗਾ, ਇਹ ਪੁਲਿਸ ਵਾਲਿਆਂ ਦੇ ਨਾਲ ਕੋਈ ਮੁੱਠਭੇੜ ਦਾ ਕੇਸ ਸੀਗਾ, ਜਿਹਦੇ ਵਿੱਚ ਬਾਅਦ ਚ ਪੁਲਿਸ ਵਾਲੇ ਨੇ, ਉਹ ਪਤਾ ਨਹੀਂ ਲੱਗਿਆ ਬੰਦੇ ਕੌਣ ਮਾਰ ਗਏ, ਬਾਅਦ ਦੇ ਵਿੱਚ ਸਥਾਨਕ ਲੋਕਾਂ ਦੇ ਵਿੱਚੋਂ ਇਹਨਾਂ 4 ਜਿਹੜੇ ਕੋਈ ਸੈਂਪੈਥਾਈਜ਼ਰ ਸੀਗੇ, ਇਹਨਾਂ ਦੇ ਉੱਤੇ ਕੇਸ ਪਾਇਆ। ਇਹਨਾਂ ਨੂੰ ਬੇਲ ਵੀ ਮਿਲ ਗਈ ਸੀ। ਫਿਰ ਬਾਅਦ ਦੇ ਵਿੱਚ ਬੇਲ ਮਿਲਣ ਤੋਂ ਕਾਫੀ ਸਮਾਂ ਕੇਸ ਚੱਲਦਾ ਰਿਹਾ, ਤੇ ਬਾਅਦ ਦੇ ਵਿੱਚ ਜਿਹੜੀ ਉਹਨਾਂ ਨੂੰ ਉੱਥੇ ਸਜ਼ਾ ਕੀਤੀ, ਉਹਨਾਂ ਦੀ ਕੁੱਲ ਕਸਟਡੀ ਕਰੀਬ ਜਿਹੜੀ ਆ 9 ਸਾਲ ਜਿਹੜੀ ਮੰਨ ਸਕਦੇ ਹੋ ਤੁਸੀਂ ਵੀ ਉਹਨਾਂ ਨੇ 9 ਸਾਲ ਕੱਟ ਲਏ ਆ। ਸੋ ਉਹ ਵੀ ਉਹ ਟਾਡਾ ਦੇ ਵਿੱਚ ਸਜ਼ਾ ਹੋਈ ਉਹਨਾਂ ਨੂੰ। ਵੈਸੇ ਉਹਨਾਂ ਨੂੰ ਟਾਡਾ ਦੇ ਵਿੱਚ ਸਜ਼ਾ ਹੋਈ ਆ। ਸੋ ਉਹ ਜਿਹੜੇ ਹੁਣ ਤੁਸੀਂ 5-6 ਸਾਲ ਜਾਂ ਇੱਕ ਤਾਂ ਹੋ ਗਏ ਵੀ 31 ਸਾਲ ਗੁਰਦੀਪ ਸਿੰਘ ਖੇੜੇ ਦੇ ਹੋ ਗਏ, ਭੁੱਲਰ ਸਾਹਿਬ ਤੇ ਬੇਅੰਤ ਵਾਲਿਆਂ ਦੇ, ਤਾਰੇ ਨੂੰ ਛੱਡ ਕੇ ਭਾਈ ਤਾਰੇ ਦੇ ਹੋਏ 15 ਸਾਲ, ਕਿਉਂਕਿ ਉਹ ਜ਼ਿਆਦਾ ਸਮਾਂ ਫਿਰ ਜਿਹੜੇ ਜੇਲ੍ਹ ਤੋਂ ਭਗੌੜੇ ਰਹੇ ਆ, ਉਹਨਾਂ ਦਾ ਉਹਨੇ ਹੋਏ ਭਿਓਰੇ ਦੇ 23 ਸਾਲ ਹੋਏ ਆ, ਬਾਕੀ ਸਾਰਿਆਂ ਦੇ 25 ਸਾਲ ਹੋ ਗਏ। ਜਿਹੜੇ 5-6 ਸਾਲ ਵਾਲੇ ਹੈਗੇ ਜਾਂ 9 ਸਾਲ ਹੈਗੇ, ਮੇਰਾ ਬੇਸ ਉਹਨਾਂ ਦਾ ਇਹ ਆ ਵੀ ਕਿਉਂਕਿ ਜਿਹੜੇ CBI ਦੇ ਕੇਸ, ਪੰਜਾਬ ਪੁਲਿਸ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ, ਜੇ ਉਹਨਾਂ ਦੇ ਪੁਲਿਸ ਵਾਲੇ ਦੋਸ਼ੀ 4 ਤੋਂ 5 ਸਾਲ ਦੇ ਵਿੱਚ ਛੁੱਟ ਸਕਦੇ ਆ, ਤੇ ਫਿਰ ਇਹਨਾਂ ਨੂੰ ਛੱਡਣ ਦੇ ਵਿੱਚ ਕੀ ਇਤਰਾਜ਼ ਆ? ਮੇਰੀ ਇੱਕੋ ਹੀ ਲੜਾਈ ਆ ਵੀ ਤੁਸੀਂ ਜੇ ਸੰਵਿਧਾਨ ਦੇ ਵਿੱਚ ਕੁਐਲਿਟੀ ਬਿਫੋਰ ਲਾ ਲਿਖਿਆ ਹੈਗਾ, ਤੁਸੀਂ ਉਮਰ ਕੈਦੀ ਦੀ ਸਜ਼ਾ, ਇਹ ਤਾਂ ਤੁਹਾਡੀ ਮਰਜ਼ੀ ਹੋਈ ਨਾ, ਵੀ ਜੇ ਤੁਹਾਨੂੰ ਲੱਗਦਾ ਚੰਗਾ ਤੇ ਉਹਨੂੰ ਵੀ CBI ਅਦਾਲਤ ਨੇ ਸਜ਼ਾ ਕੀਤੀ 4 ਪੁਲਿਸ ਵਾਲਿਆਂ ਨੂੰ। ਇਹ ਵੀ ਬੇਅੰਤ ਮਰਡਰ ਕੇਸ ਵੀ CBI ਦਾ ਹੀ ਕੇਸ ਆ। ਫਿਰ ਜੇ ਉਹ 5 ਸਾਲ ਬਾਅਦ ਛੁੱਟ ਸਕਦੇ ਆ, ਉਹ ਵੀ ਨਾਲੇ ਛੱਟੇ ਨਹੀਂ ਕੱਲੇ, ਉਹ ਪਾਰਡਨ ਕੀਤੇ ਆ। ਇਹ 'ਚ ਫਰਕ ਆ। ਪਾਰਡਨ ਕਰਨ ਦਾ ਮਤਲਬ ਉਹਨਾਂ ਨੂੰ ਦੋਸ਼ ਮੁਕਤ ਕਰਤਾ, ਵੀ ਉਹਨਾਂ ਨੇ ਕੀਤਾ ਹੀ ਕੱਖ ਨਹੀਂ ਸੀ। ਉਹਨਾਂ ਨੂੰ ਸਾਰੇ ਇੰਕਰੀਮੈਂਟ ਵੀ ਮਿਲਣਗੇ, ਉਹਨਾਂ ਨੂੰ ਪੈਨਸ਼ਨ ਵੀ ਮਿਲੂਗੀ। ਸੋ ਇਹ ਡਿਸਕ੍ਰਿਮੀਨੇਟ ਜਾਂ ਤਾਂ ਲਿਖ ਦਿਓ ਵੀ ਉਮਰ ਕੈਦੀ ਨੂੰ 20 ਸਾਲ ਕਟਾਉਣੇ ਆ, 25 ਕਟਾਉਣੇ ਆ, 30 ਕਟਾਉਣੇ ਆ। ਜਿਹਨੂੰ ਉਮਰ ਕੈਦ ਦੀ ਸਜ਼ਾ ਹੋਵੇ ਉਹ 20-25 ਸਾਲ ਕੱਟ ਕੇ ਜਾਵੇ। ਜਿਹਨੂੰ ਸਜ਼ਾ ਹੋ ਗਈ ਉਹ ਮੰਨੇ ਵੀ ਹਾਂ ਦੇਖੋ ਜੀ ਮੈਨੂੰ ਉਮਰ ਕੈਦ ਹੋ ਗਈ, ਮੇਰੀਆਂ ਅਪੀਲਾਂ ਖਾਰਜ ਹੋ ਗਈਆਂ ਤੇ ਮੈਨੂੰ ਤਾਂ ਹੁਣ 25 ਸਾਲ ਕੱਟਣੇ ਹੀ ਪੈਣੇ। ਸਾਰੇ ਕੱਟਣਗੇ। ਫਿਰ ਰੌਲਾ ਕਿਉਂ ਪਊਗਾ? ਕਿਸੇ ਨੂੰ ਰੋਸ ਮੁਜ਼ਾਹਰੇ ਕਰਨ ਦੀ ਲੋੜ ਕੀ ਆ? ਜਦੋਂ ਡਿਸਕ੍ਰਿਮੀਨੇਸ਼ਨ ਹੋਣੀ ਆ ਵੀ ਜਿਹਨੇ CBI ਦੇ ਮਰਡਰ ਦੇ ਕੇਸਾਂ 'ਚ ਸਜ਼ਾ ਕੀਤੀ ਉਹ 4 ਸਾਲ ਬਾਅਦ ਛੁੱਟ ਗਿਆ, ਤੇ ਜਿਹਨੇ CBI ਦੇ ਦੂਜੇ ਕੋਈ 30 ਸਾਲ ਬਾਅਦ ਵੀ ਨਾ ਛੁੱਟੇ। ਫਿਰ ਜੇ ਤਾਂ ਹੋਵੇ ਨਾ ਵੀ ਕੋਈ ਵਿਦੇਸ਼ੀ ਨਾਗਰਿਕ ਆ, ਫਿਰ ਤੁਸੀਂ ਕੋਈ ਡਿਸਕ੍ਰਿਮੀਨੇਸ਼ਨ ਹੀ ਕਰੋ ਵੀ ਦੇਖੋ ਜੀ ਬਾਹਰੋਂ ਹਮਲਾ ਕਰਨ ਆਏ ਆ। ਇਹ ਤਾਂ ਇੱਥੋਂ ਦੇ ਲੋਕ ਆ, ਇੱਥੋਂ ਦੇ ਤੁਸੀਂ ਹਾਲਾਤ ਐਸੇ ਬਣਾਏ, ਉਹਨਾਂ ਨੂੰ ਹਥਿਆਰ ਚੁੱਕਣੇ ਪਏ। ਪੁਲਿਸ ਨੇ ਵੀ ਚੁੱਕੇ। ਫਿਰ ਪੁਲਿਸ ਨੇ ਆਪਣੇ ਲਾ ਤੋਂ ਅੱਗੇ ਜਾ ਕੇ ਆਪਣੀ ਵਰਤੋਂ ਕੀਤੀ, ਆਪਣੀ ਸ਼ਕਤੀ ਦੀ। ਲੋਕਾਂ ਨੇ ਵੀ ਆਪਣੀ ਸ਼ਕਤੀ ਦੀ ਵਰਤੋਂ ਕੀਤੀ। ਜੇ ਪੁਲਿਸ ਵਾਲੇ 4-5 ਸਾਲ ਬਾਅਦ ਛੁੱਟ ਸਕਦੇ ਤੇ ਇਹਨਾਂ ਨੂੰ ਛੱਡਣ 'ਚ ਕੀ ਆ? ਫਿਰ ਬਿਠਾਓ ਤੁਸੀਂ ਵੀ ਹਾਂ ਬਈ ਸਾਰਿਆਂ ਦਾ ਇਹ ਸਹੀ ਹੋਵੇ, ਜਾਂ ਉਹਨਾਂ ਨੂੰ ਵੀ ਨਾ 25 ਸਾਲ ਰੱਖੋ। ਫਿਰ ਕਿਸੇ ਨੂੰ ਇਤਰਾਜ਼ ਨਾ ਆਵੇ। ਅਗਲੇ ਕਹਿਣ ਦੇਖੋ ਜੀ ਜਿਹਨਾਂ ਨੇ ਖਲੜਾ ਸਾਹਿਬ ਨੂੰ ਮਾਰਿਆ ਸੀ ਉਹ ਅੱਜ ਪਰਮਾਨੈਂਟ ਪੈਰੋਲ ਤੇ ਹਾਈ ਕੋਰਟ ਤੋਂ, ਉਹਨਾਂ ਦੇ ਨਕਸ਼ੇ ਵੀ ਚੱਲ ਚੁੱਕੇ ਆ। ਉਹਨਾਂ ਨੇ ਹਾਈ ਕੋਰਟ ਲਾਤਾ ਵੀ ਸਾਡੇ ਨਕਸ਼ੇ ਦਿਹਾਈ ਦੇ ਚੱਲੇ ਹੋਏ ਆ ਤੇ ਸਾਨੂੰ ਉਦਾਂ ਤੱਕ ਪੈਰੋਲ ਦੇ ਦਿਓ। ਹਾਈ ਕੋਰਟ ਉਹਨਾਂ ਦੀ ਅਗਸਤ ਤੋਂ ਰੈਗੂਲਰ ਜਿਹੜੀ ਆ ਪੈਰੋਲ ਐਕਸਟੈਂਡ ਕਰ ਰਹੀ ਹੈ। ਸੋ ਸਾਡੇ ਬੰਦਿਆਂ ਨੂੰ ਇੱਕ ਵਾਰ ਵੀ ਪੈਰੋਲ ਨਹੀਂ ਮਿਲ ਰਹੀ। ਉਹਦੇ ਵਾਸਤੇ ਧਰਨੇ, ਮੁਜ਼ਾਹਰੇ, ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ। ਸੋ ਲੜਾਈ ਤਾਂ ਇਹ ਵੀ ਜੇ ਕਾਨੂੰਨ ਬਣਾਇਆ ਉਹ ਸਾਰਿਆਂ ਤੇ ਇੱਕ ਸਮਾਨ ਕਿਉਂ ਨਹੀਂ ਲਾਗੂ ਹੁੰਦਾ?
ਮੇਰਾ ਸਵਾਲ ਤਾਂ ਸਿਸਟਮ ਨੂੰ ਇਹੀ ਆ, ਜਾਂ ਸਾਰਿਆਂ ਨੂੰ 30 ਸਾਲ ਘਟਾਓ ਜਾਂ ਸਾਰਿਆਂ ਨੂੰ 5 ਸਾਲ ਤੇ ਸੱਟੋ। ਠੀਕ ਹੈ। ਲੇਕਿਨ ਇੱਥੇ ਮਾਨਪੁਰ ਸਾਹਿਬ ਇੱਕ ਹੁਣੀ ਰੀਸੈਂਟਲੀ ਆਪਾਂ 10-15 ਦਿਨ ਪਹਿਲਾਂ ਇੱਕ ਕੇਸ ਜਗਮੀਤ ਸਿੰਘ ਦਾ ਜਿਹੜਾ ਬਨੂੜ ਪੁਲਿਸ ਨੇ ਰਜਿਸਟਰ ਕੀਤਾ, ਉਹ ਵੀ ਇਹੀ ਸੀ ਵੀ ਜੇ ਖਾਲਿਸਤਾਨ ਦਾ ਲਿਟਰੇਚਰ ਸੀ, ਰਸਾਲੇ ਸੀ, ਉਸ ਉੱਤੇ ਵੀ ਬੜੀ ਮਤਲਬ ਗੱਲਬਾਤ ਹੋਈ। ਮਤਲਬ ਤੁਸੀਂ ਜਿਹੜੇ ਕੇਸਾਂ ਦੀ ਪੈਰਵੀ ਕਰ ਰਹੇ ਹੋ, ਤੁਸੀਂ ਨਵਾਂ ਸ਼ਹਿਰ ਦੇ ਕੇਸ ਦੇ ਜ਼ਿਕਰ ਕੀਤਾ ਜਿੱਥੇ ਕਿ ਸਜ਼ਾਵਾਂ ਹੋਈਆਂ ਨੇ, ਲੇਕਿਨ ਉਹੋ ਜਿਹੇ ਕੇਸ ਅੱਜ ਵੀ ਫਿਰ ਦਰਜ ਕੀਤੇ ਜਾ ਰਹੇ ਨੇ। ਸੋ ਇਹ ਤਾਂ ਇੱਥੇ ਤਾਂ ਹਥਿਆਰ ਚੱਕੇ ਵੀ ਨਹੀਂ, ਇੱਥੇ ਤਾਂ ਪ੍ਰਿੰਟਿੰਗ ਪ੍ਰੈਸਾਂ ਤੇ ਹੋਰ ਪਬਲਿਸਿਟੀ ਦੇ ਮਟੀਰੀਅਲ ਨੂੰ ਹੀ ਲੈ ਕੇ ਕੇਸ ਦਰਜ ਕਰਤੇ ਗਏ ਸੀ। ਤੇ ਕਿਉਂਕਿ ਇਹ ਤਾਜ਼ੇ ਕੇਸ ਵੀ ਨੇ, ਸੋ ਉਹ ਜਿਹੜਾ ਇੱਕ ਨੈਰੇਟਿਵ ਚੱਲਦਾ ਪਿਆ ਪੂਰੇ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਜੀ ਮਾਹੌਲ ਵਿਗੜ ਜਾਏਗਾ, ਲੁਧਿਆਣੇ ਧਮਾਕਾ ਹੋ ਜਾਂਦਾ ਹੈ। ਖੈਰ ਤੁਸੀਂ ਤਾਂ ਉੱਥੇ ਲੁਧਿਆਣੇ ਦੇ ਹੀ ਹੋ, ਉੱਥੇ ਤੁਹਾਡੀ ਕਚਹਿਰੀਆਂ ਦੇ ਵਿੱਚ ਇਹਦਾ ਧਮਾਕਾ ਹੋ ਜਾਂਦਾ ਹੈ। ਸੁਰੱਖਿਆ ਦਾ ਇੱਕ ਬੜਾ ਵੱਡਾ ਇੱਕ ਸਾਰੀ ਗੱਲਬਾਤ ਚੱਲਦੀ ਹੈ। ਅਜਿਹੇ ਵਿੱਚ ਖਾਲਿਸਤਾਨ ਦੇ ਕੋਈ ਪੋਸਟਰ ਛਾਪ ਰਿਹਾ ਜਾਂ ਉਹ ਲਿਟਰੇਚਰ ਬਣ ਰਿਹਾ, ਉਹਦੇ ਉੱਤੇ ਪਰਚੇ ਹੋ ਜਾਂਦੇ ਨੇ। ਸੋ ਇਹ ਜਿਹੜੇ ਮਾਰਜਨਲ ਕੇਸਿਸ ਨੇ 5-5 6-6 ਸਾਲ ਵਾਲੇ, ਇਹਨਾਂ ਦੇ ਵਿੱਚ ਤੁਹਾਨੂੰ ਰਿਲੀਫ ਦੀ ਉਮੀਦ ਲੱਗਦੀ ਹੈ ਇਸ ਮਾਹੌਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਇਸ ਵਕਤ ਬਣਿਆ ਹੋਇਆ ਹੈ, ਜਾਂ ਸੁਰੱਖਿਆ ਏਜੰਸੀਆਂ ਜਾਂ ਪੁਲਿਸ ਵੱਲੋਂ ਜਿਹੜੇ ਨਵੇਂ ਮੁਕੱਦਮੇ ਵੀ ਲਗਾਤਾਰ ਦਰਜ ਹੁੰਦੇ ਜਾ ਰਹੇ ਨੇ? ਦੇਖੋ ਜੀ, ਮੈਂ ਤਾਂ ਡਾਟਾ ਦਿੱਤਾ ਤੇ ਉਹਦੇ ਲਈ ਬੇਸ ਦਿੱਤਾ ਵੀ ਜੇ ਪੁਲਿਸ ਵਾਲੇ ਛੁੱਟ ਸਕਦੇ ਤੇ ਇਹਨਾਂ ਨੂੰ ਕਿਉਂ ਨਹੀਂ। ਸੋ ਦੂਜਾ ਵੀ ਛੁੱਟ ਹੋ ਸਕਦੇ। ਇੱਥੇ ਹੁਣ ਇੰਡੀਆ 'ਚ ਵੈਸੇ ਹੀ ਆ, ਤੋਪ ਦਾ ਲਾਇਸੈਂਸ ਅਪਲਾਈ ਕਰੋ ਤੇ ਫਿਰ ਪਿਸਤੌਲ ਦਾ ਮਿਲਦਾ 20 ਦੀ ਦਿਆਂਗੇ ਤਾਂ ਫੇਰ ਹੀ 15 ਛੁੱਟਣਗੇ, 10 ਛੁੱਟਣਗੇ। ਤੋ ਉਹਦੇ 'ਚ ਉਹ ਵੀ ਕਹਿਣਗੇ ਵੀ ਤੁਸੀਂ ਦੇਖੋ ਜੀ ਆਹ ਰਹਿਣ ਦਿਓ, ਫਿਰ ਤਾਂ ਠੀਕ ਹੈ ਜੀ ਆਹ ਛੱਡ ਲਓ। ਤੋ ਇਹ ਜਿੰਨੇ 20-25 ਸਾਲ ਵਾਲੇ ਆ, ਜੇ ਇਕੱਲੇ 20-25 ਵਾਲੇ ਦਿਆਂਗੇ ਇਹ 'ਚੋਂ ਕਹਿਣਗੇ ਦੇਖੋ ਜੀ ਇਹਨੂੰ ਛੱਡ ਦਿੰਦੇ, ਇਹਨੂੰ ਰਹਿਣ ਦਈਏ। ਸੋ ਉਹ ਜਦੋਂ ਟਾਕ ਦੇ ਵਿੱਚ ਆਉਂਦੇ ਆ ਫਿਰ ਉਹ ਸਕਿਪ ਵੀ ਕਰ ਸਕਦੇ ਆ, ਉਹਨਾਂ ਦੀ ਆਪਾਂ ਹਾਈ ਕੋਰਟ ਤੋਂ ਬੇਲ ਵੀ ਲੈ ਸਕਦੇ ਆ, ਪਰ ਬੇਸ ਉਹਨਾਂ ਦਾ ਇਹੀ ਆ ਵੀ ਇਕੁਐਲਿਟੀ ਬਿਫੋਰ ਲਾ ਆ। ਤਾਂ ਜੇ ਪੁਲਿਸ ਵਾਲੇ ਛੱਡਿਆ ਤੇ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ? ਕਿਉਂਕਿ ਇਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਸੀ, ਇਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਸੀ। ਹਾਲਾਤ ਦੇ ਮੁਤਾਬਕ ਜਿਹੜੀ ਲੜਾਈ ਲੜੀ ਗਈ। ਜੇ ਪੁਲਿਸ ਵਾਲਿਆਂ ਨੂੰ ਤੁਸੀਂ ਕਹਿੰਦੇ ਹੋ ਵੀ ਉਦੋਂ ਹਾਲਾਤ ਸੀ ਜੀ, ਉਹਨਾਂ ਨੂੰ ਮਾਰਨੇ ਪਏ ਬੰਦੇ, ਤਾਂ ਫਿਰ ਇਹਨਾਂ ਨੂੰ ਵੀ ਮਾਰਨੇ ਪਏ ਬੰਦੇ, ਤਾਂ ਉਹਨੂੰ ਵੀ ਤੁਸੀਂ ਉਸੇ ਗਰਾਊਂਡ ਦੇ ਉੱਤੇ ਲਾਓ। ਜਿਹੜੀ ਹੁਣ ਤੁਸੀਂ ਗੱਲ ਕੀਤੀ ਵੀ ਖਾਲਿਸਤਾਨ ਦਾ ਰੌਲਾ ਪੈਂਦਾ, ਉਹ ਤਾਂ ਇਹ ਆ ਵੀ ਆਪ ਪਾਉਂਦੇ ਆ। ਹੁਣ 14 ਤਰੀਕ ਨੂੰ ਜਸਟਿਸ GS ਸੰਧਾਵਾਲੀਆ ਤੇ ਜਸਟਿਸ ਸੂਰੀ ਨੇ ਇੱਕ ਬੇਲ ਦਿੱਤੀ ਹੈ ਤਰਨਤਾਰਨ ਬਲਾਸਟ ਦੇ ਕੇਸ ਦੇ ਵਿੱਚ, ਅਮਰਜੀਤ ਸਿੰਘ ਬਟਾਲੇ ਫਤਿਹਗੜ੍ਹ ਚੂੜੀਆਂ ਦਾ। ਉਹਦੇ ਚ ਹੁਣ ਬਲਾਸਟ ਹੋਇਆ ਆ, ਉਹ ਲਵਾਸ ਜਗ੍ਹਾ ਦੇ ਉੱਤੇ ਹੋ ਗਿਆ, NIA ਕੋ ਕੇਸ ਆ ਗਿਆ। ਜਸਟਿਸ ਸੰਧਾਵਾਲੀਆ ਨੇ ਸਪੈਸੀਫਿਕ ਮੈਂਸ਼ਨ ਕੀਤਾ ਵੀ NIA ਨੇ ਕਿਹਾ ਵੀ ਦੇਖੋ ਜੀ ਇਹਨਾਂ ਦੇ ਫੇਸਬੁੱਕ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਨਾਂ ਦੀ ਇੱਕ ID ਸੀ, ਇੱਕ ਗੁਰੀ ਖਾਲਿਸਤਾਨੀ ਦੇ ਨਾਂ ਦੇ ਉੱਤੇ ਇੱਕ ਨੰਬਰ ਸੇਵ ਸੀ, ਇਹ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਜਾਂ ਇਹੋ ਜਿਹਾ ਕੋਈ ਮਟੀਰੀਅਲ ਸੀ। ਸੋ ਉਹਨੇ ਕਿਹਾ ਵੀ ਇਸ ਗੱਲਾਂ ਹੋਣੀਆਂ ਦੇ ਨਾਲ ਨਹੀਂ ਕੋਈ ਗੱਲ ਬਣਨੀ ਵੀ ਖਾਲਿਸਤਾਨ ਵਿੱਚ ਕਿਸੇ ਨੇ ਟਾਈਪ ਕਰਤਾ, ਮੰਨ ਲਓ ਮੇਰੇ ਨਾਂ ਦੇ ਉੱਤੇ ਜਾਂ ਤੁਹਾਡੇ ਨਾਂ ਦੇ ਉੱਤੇ ਮੈਂ ਰੱਖ ਲਾਂ ਵੀ ਰਿਤੇਸ਼ ਖਾਲਿਸਤਾਨੀ, ਤਾਂ ਸੋ ਇਹਦੇ ਲਈ ਮੈਂ ਦੋਸ਼ੀ ਨਹੀਂ ਹੋ ਗਿਆ ਵੀ ਮੈਂ ਖਾਲਿਸਤਾਨੀ ਲਿਖਿਆ ਇਸ ਕਰਕੇ ਉਹ ਨਹੀਂ। ਸੋ ਸਪੈਸੀਫਿਕ ਉਹਨਾਂ ਨੇ ਉਹ ਬੇਲ ਦਿੱਤੀ ਆ। NIA ਨੂੰ ਧੱਕਾ ਬੜਾ ਲੱਗਿਆ, ਪਰ ਮੀਡੀਆ ਨੇ ਨਹੀਂ ਉਹ ਗੱਲ ਲਾਉਣੀ। ਜਦੋਂ ਬੰਦੇ ਫੜੇ ਗਏ ਸੀ ਉਦੋਂ ਸਾਰੇ ਮੀਡੀਆ ਨੇ ਕਿਹਾ ਅੱਤਵਾਦੀ ਫੜ ਲਿਆ, ਅੱਤਵਾਦੀ। ਉਸ ਅੱਤਵਾਦੀ ਨੂੰ ਹੁਣ ਬੇਲ ਮਿਲੀ ਆ। ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਦੇ ਸਾਰੇ ਜਿਹੜੇ ਉਹਨਾਂ ਦੇ ਤੱਥ ਪਾਸੇ ਕਰਕੇ ਐਡਵੋਕੇਟ ਪ੍ਰਥਮ ਸੇਠੀ ਨੇ ਉਹ 14 ਤਰੀਕ ਨੂੰ ਬੇਲ ਹੋਈ ਆ। ਸੋ ਉਹ ਨਹੀਂ ਕਿਸੇ ਮੀਡੀਆ ਨੇ ਦਿਖਾਉਣਾ। ਸੋ ਸੁਪਰੀਮ ਕੋਰਟ ਤੇ ਹਾਈ ਕੋਰਟ ਤਾਂ ਸਪਸ਼ਟ ਆ, ਜੇ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਦੀ ਵੀ ਗੱਲ ਕਰਦਾ ਹੈਗਾ, ਕੋਈ ਪੇਪਰ ਵੀ ਲਾਉਂਦਾ ਹੈਗਾ, ਉਹ ਅਲਟੀਮੇਟਲੀ ਫਿਰ ਆਪਣੀ ਕਈ ਵਾਰ ਗੱਲ ਹੋਈ ਵੀ ਉਹ ਕੇਸ ਸਾਰੇ ਅਦਾਲਤਾਂ ਦੇ ਵਿੱਚ ਬਰੀ ਹੋ ਜਾਂਦੇ ਆ, ਪਰ ਉਹ ਬੰਦੇ ਦੀ ਫਿਰ ਲਾਈਫ ਜਿਹੜੀ ਆ ਉਹ ਫਿਰ ਖਰਾਬ ਕਰਦੇ ਆ ਉਹ। ਸੋ ਬੇਸ ਜਿਹੜੇ 20 ਬੰਦਿਆਂ ਦਾ ਉਹ ਮੇਰਾ ਇਕੁਐਲਿਟੀ ਬਿਫੋਰ ਲਾ ਤੇ ਆ, ਤੇ ਵੈਸੇ ਸਰਕਾਰ ਦੇ ਕਿਹਨੂੰ ਛੱਡਣਾ ਉਹ ਤਾਂ ਉਹਨਾਂ ਦੀ ਮਰਜ਼ੀ ਆ। ਹੁਣ ਕਿਹੜੇ ਕੇਸਾਂ ਦੇ ਵਿੱਚ ਕਿਹਦੇ ਹੱਥ 'ਚ ਹੈ ਸਭ ਕੁਝ? ਜ਼ਿਆਦਾਤਰ ਕੇਸਾਂ ਦੇ ਵਿੱਚ ਬੇਅੰਤ ਸਿੰਘ ਵਾਲੇ 7 ਆਪਾਂ ਕੇਸ ਦੀ ਗੱਲ ਕੀਤੀ, ਮੁਰਾਦਾਬਾਦ ਵਾਲਾ ਕੇਸ, ਇਹ ਕਿਹੜੀ ਸਰਕਾਰਾਂ ਜਾਂ ਕਿਹੜੀ ਏਜੰਸੀਆਂ ਨੇ ਹੁਣ ਇਸ ਕੇਸ ਦੇ ਵਿੱਚ ਉਹਨਾਂ ਦੀ ਸਹਿਮਤੀ ਲੈਣੀ ਪਏਗੀ ਕੇਂਦਰ ਸਰਕਾਰ ਨੂੰ ਜੇ ਇਹਨਾਂ ਨੂੰ ਕੋਈ ਐਮਨੈਸਟੀ ਦੇਣੀ ਹੈ ਤਾਂ? ਦੇਖੋ ਜਿੱਥੋਂ ਦਾ ਕੇਸ ਹੈਗਾ, ਮੰਨ ਲਓ ਜੇ ਸੈਂਟਰ ਗਵਰਨਮੈਂਟ ਹੀ ਆਰਟੀਕਲ 72 7 ਬੰਦੇ ਬੇਅੰਤ ਸਿੰਘ ਵਾਲਾ ਕੇਸ ਹੋ ਗਿਆ, ਦਵਿੰਦਰਪਾਲ ਸਿੰਘ ਭੁੱਲਰ ਵਾਲਾ ਦਿੱਲੀ ਦਾ ਹੋ ਗਿਆ, ਉੱਥੇ ਦਿੱਲੀ ਦੀ ਸਰਕਾਰ ਦਾ। ਹਾਂ, ਗੁਰਦੀਪ ਸਿੰਘ ਖੇੜੇ ਦਾ ਕਰਨਾਟਕਾ ਦਾ ਹੋ ਗਿਆ, ਉੱਥੇ ਵੀ BJP ਦੀ ਸਰਕਾਰ ਹੈਗੀ ਆ। ਹੁਣ ਇਹ ਦੇਖੋ ਵੀ ਗੁਰਦੀਪ ਸਿੰਘ ਖੇੜਾ ਬਾਰੇ ਵੀ ਤਾਂ 550 ਸਾਲਾਂ ਤੇ ਨੋਟੀਫਿਕੇਸ਼ਨ ਸੀਗਾ ਹੀ, ਉਹਦਾ ਵੀ ਅਜੇ ਤੱਕ ਜਿਹੜਾ ਕੰਮ ਨਹੀਂ ਹੋਇਆ। ਇਹ ਵੀ ਹੁਣ ਵੀ ਅੱਜ ਇਹਨਾਂ ਨੇ ਪੱਤਰ ਲੈ ਲਿਆ, ਜਿਹੜਾ ਪਹਿਲਾਂ ਆਲਰੇਡੀ ਅਨਾਉਂਸ ਕੀਤਾ ਹੋਇਆ ਉਹ ਤਾਂ ਇੰਪਲੀਮੈਂਟ ਹੀ ਨਹੀਂ ਹੋਇਆ ਅਜੇ ਤੱਕ। ਜਿਹੜਾ ਅੱਜ ਪੱਤਰ ਲਿਆ ਕੀ ਪਤਾ ਕਦੋਂ ਇੰਪਲੀਮੈਂਟ ਕਰਦੇ ਆ। ਸੋ ਇਹਦੇ ਤੋਂ ਇਲਾਵਾ ਜਿਹੜੇ UP ਵਾਲੇ ਹੈਗੇ, ਉਹ UP ਸਰਕਾਰ ਚਾਰੇ ਬੰਦੇ ਉਹ ਹੈਗੇ ਆ। ਸੋ ਬਾਕੀ ਜਿਹੜੇ ਕੁਲਵੀਰ ਸਿੰਘ ਬੜਾ ਪਿੰਡ ਜਾਂ ਗੁਰਪ੍ਰੀਤ ਜਸਪ੍ਰੀਤ, ਉਹ 2 ਜਿਹੜੇ ਜਿਨ੍ਹਾਂ ਨੇ ਉਹ ਜਨਾਨੀ ਬੇਅਦਬੀ ਵਾਲੇ ਕਤਲ ਕੇਸ 'ਚ, ਤੇ 3 ਨਵੇਂ ਸ਼ਹਿਰ ਵਾਲੇ, ਇਹ ਪੰਜਾਬ ਸਰਕਾਰ ਨਾਲ ਸੰਬੰਧਿਤ ਹੀ ਆ। ਇਹ ਪੰਜਾਬ ਸਰਕਾਰ ਨੇ, ਕਿਉਂਕਿ ਇਹਨਾਂ ਨੇ ਰਹਿਣਾ ਵੀ ਪੰਜਾਬ 'ਚ ਆ, ਇਹਨਾਂ ਦੀ ਹੋਮ ਟਾਊਨ ਵੀ ਪੰਜਾਬ ਦੇ ਵਿੱਚ ਆ, ਤੇ ਇਹਨਾਂ ਦੀ ਜਿਹੜੀ ਕੰਪੀਟੈਂਟ ਗਵਰਨਮੈਂਟ ਆ ਉਹ ਵੀ ਪੰਜਾਬ ਸਰਕਾਰ ਹੀ ਆ। ਸੋ ਪੰਜਾਬ ਸਰਕਾਰ, UP ਸਰਕਾਰ
ਕਰਨਾਟਕ ਸਰਕਾਰ, ਦਿੱਲੀ ਸਰਕਾਰ, ਇਹ ਤੇ ਇੱਕ ਰਾਜਸਥਾਨ ਸਰਕਾਰ, ਇੱਕ ਬੰਦੇ ਦੀ ਜਿਹੜੀ ਹੈਗੀ ਆ ਜਗਮੋਹਨ ਸਿੰਘ ਦੀ, ਜਿਹੜਾ ਜੋਧਪੁਰ ਜੇਲ੍ਹ ਦੇ ਵਿੱਚ ਹੈਗਾ। ਤੇ ਜੇ ਸੈਂਟਰ ਗਵਰਨਮੈਂਟ ਚਾਹੇ ਤੇ ਉਹ ਕਿਸੇ ਕੋਲ ਰਿਪੋਰਟ ਲਏ ਨਾ, ਉਹ ਆਪਣੀ ਜਨਰਲ ਜਿਹੜਾ ਉਹ ਆਰਡਰ ਕਰ ਦੇਵੇ ਸਿੱਧਾ ਸੰਬੰਧਤ। ਜਸਪ੍ਰੀਤ ਤੇ ਤੁਸੀਂ 2-3 ਬੰਦਿਆਂ ਦੀ ਗੱਲ ਕੀਤੀ ਜਿਨ੍ਹਾਂ ਨੇ ਮਹਿਲਾ ਨੂੰ ਮਾਰਿਆ ਸੀ, ਬੇਅਦਬੀ ਵਾਲਾ ਜਿਹੜਾ ਕੇਸ ਸੀ, ਲੁਧਿਆਣੇ ਦੇ ਕੋਲ ਹੀ ਹਮਲਾ ਹੋਇਆ ਸੀ। ਤੇ ਇਹ ਮਹਿੰਦਰਪਾਲ ਬਿੱਟੂ ਦੇ ਵਿੱਚ ਵੀ ਇਹਨਾਂ ਦਾ ਨਾਮ ਦਾ, ਜਿਹੜਾ ਨਾਭੇ ਜੇਲ੍ਹ 'ਚ ਮਾਰਿਆ ਗਿਆ। ਜਸਪ੍ਰੀਤ ਦਾ ਨਾਂ ਆਉਂਦਾ, ਉਦੋਂ ਮਹਿੰਦਰਪਾਲ ਬਿੱਟੂ ਮਰਿਆ ਸੀ ਨਵੀਂ ਜੇਲ੍ਹ ਦੇ ਵਿੱਚ, ਤੇ ਇਹ ਸਿਕਿਉਰਿਟੀ ਜੇਲ੍ਹ ਦੇ ਵਿੱਚ ਸੀ। ਉਹ ਕੇਸ ਜਿਹੜਾ ਸੀਗਾ ਉਹ ਇਹਦੇ ਸਿੱਧੀ ਇਨਵੋਲਵਮੈਂਟ ਨਹੀਂ ਸੀ ਕੋਈ ਵੀ ਜਸਪ੍ਰੀਤ ਸਿੰਘ ਦੀ। ਉਹ ਤਾਂ ਚਲੋ ਉਹਨਾਂ ਨੇ ਕਿਹਾ ਵੀ ਹਾਂ ਉਹ ਬੰਦਾ ਉੱਧਰ ਮਰਿਆ ਤੇ ਇਹ ਇੱਧਰੋਂ ਨਾ ਛੁੱਟ ਜਾਣ, ਇਹਨੂੰ ਨਵੇਂ ਕੇਸ 'ਚ ਪਾ ਦਿਓ। ਸੋ ਉਹ ਜਸਪ੍ਰੀਤ ਉਹੀ ਆ ਜਿਹੜਾ ਮਹਿੰਦਰਪਾਲ ਬਿੱਟੂ ਵਾਲੇ ਕੇਸ ਦੇ ਵਿੱਚ ਵੀ ਉਹਨੂੰ ਐਜ਼ ਅਕਿਊਜ਼ ਰੱਖਿਆ ਹੋਇਆ, ਪਰ ਅਲਟੀਮੇਟਲੀ ਉਹ ਕਿਉਟ ਹੋਊਗਾ ਉਹ ਕੇਸ, ਕਿਉਂਕਿ ਬੰਦਾ ਦੂਜੀ ਜੇਲ੍ਹ ਦੇ ਵਿੱਚ ਬੈਠਾ ਉੱਧਰ ਕਦੇ ਕਤਲ ਕਰ ਸਕਦਾ। ਜੇ ਜੇਲ੍ਹਾਂ ਦੇ ਵਿੱਚ ਬੈਠੇ ਬੰਦੇ ਵੀ ਕਤਲ ਕਰਾ ਰਹੇ ਤੇ ਫਿਰ ਇਹਨਾਂ ਨਾਲੋਂ ਚੰਗਾ ਤਾਂ ਉਹਨਾਂ ਨੂੰ ਬੇਲ ਦਿਓ, ਬੰਦਾ ਬਾਹਰ ਆ ਕੇ ਕੋਈ ਸਹੀ ਤਰ੍ਹਾਂ ਕੰਮ ਕਰੇ, ਤੁਹਾਨੂੰ ਵੀ ਕੋਈ ਪ੍ਰੂਫ ਮਿਲਣ ਵੀ ਹਾਂ ਬੰਦੇ ਨੇ ਕੁਝ ਕੀਤਾ। ਤੇ ਆਖਰੀ ਸਵਾਲ ਇਸ ਤੋਂ ਇਲਾਵਾ, ਇਹ 20 ਤੋਂ ਇਲਾਵਾ ਹੋਰ ਭਾਰਤ ਭਰ ਦੀਆਂ ਜੇਲ੍ਹਾਂ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਕੋਈ ਹੋਰ ਅਜਿਹੇ ਮੁਕੱਦਮੇ ਬਚਦੇ ਨੇ ਜਾਂ ਕੋਈ ਹੋਰ ਸਿੱਖ ਕੈਦੀ ਬਚਦੇ ਨੇ ਜੋ ਕਿ ਇਸ ਦਾਇਰੇ ਤੋਂ ਨਿਕਲ ਗਏ ਹੋਣ ਜਾਂ ਨਾ ਆ ਪਾਏ ਹੋਣ? ਨਹੀਂ, ਉਮਰ ਕੈਦੀ ਤਾਂ ਇਹੀ ਆ, ਇੱਕ ਅੱਧਾ ਕੋਈ ਹੋਰ ਹੋ ਸਕਦਾ ਜਿਹੜਾ ਕੋਈ ਕਿਸੇ ਹੋਰ ਕੇਸ ਨਾਲ ਸੰਬੰਧਿਤ ਹੋਵੇ, ਅਦਰਵਾਈਜ਼ ਅੰਡਰ ਟ੍ਰਾਇਲ ਜ਼ਿਆਦੇ ਆ। ਉਦਾਂ ਤਾਂ ਕੁੱਲ ਮਿਲਾ ਕੇ 250 ਪੌਣੇ 300 ਨੌਜਵਾਨ ਜੇਲ੍ਹਾਂ ਦੇ ਵਿੱਚ ਪੰਜਾਬ ਜਾਂ ਪੰਜਾਬ ਤੋਂ ਬਾਅਦ ਬੰਦ ਆ, ਜਿਹੜਾ ਸਿੱਖ ਮਿਲੀਟੈਂਸੀ ਨਾਲ ਸੰਬੰਧਿਤ ਕਰਕੇ ਕੀਤਾ ਜਾਂਦਾ। 2 ਬੰਦੇ 10 ਸਾਲ ਦੀ ਸਜ਼ਾ ਦੇ ਵੀ ਹੈਗੇ ਆ। ਸੋ ਇਹ ਅਲਟੀਮੇਟ ਜਿਹੜੇ ਪੁਰਾਣੇ ਬੰਦੇ ਆ ਉਹ ਇਹੀ ਜਿਹੜੇ 9 ਬੰਦੇ ਆ, ਇਹਨਾਂ ਨੂੰ ਤੁਸੀਂ ਪੁਰਾਣੇ ਕਹਿ ਸਕਦੇ ਹੋ। 7 ਉਹ ਤੇ ਭੁੱਲਰ ਸਾਹਿਬ ਤੇ ਖੈੜਾ, ਜਿਹੜੇ ਬਾਕੀ ਤਾਂ ਸਾਰੇ ਨਵੇਂ ਹੀ ਆ, 5-7 ਸਾਲ 10 ਸਾਲ ਤੋਂ ਵੱਧ ਪੁਰਾਣੇ ਹੈ ਨਹੀਂਗੇ। ਸੋ ਬਹੁਤ-ਬਹੁਤ ਧੰਨਵਾਦ ਜਸਪਾਲ ਸਿੰਘ ਮਾਂਜਪੁਰ ਜੀ, ਤੁਸੀਂ ਬਹੁਤ ਹੀ ਵਿਸਤਾਰ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਤੇ ਗੱਲਾਂ ਬਾਤਾਂ ਹੋਰ ਵੀ ਕਰਨ ਨੂੰ ਹੈਗੀਆਂ ਨੇ, ਤੇ ਹੋਰ ਆਉਣ ਵਾਲੀ ਰਿਪੋਰਟਾਂ ਦੇ ਦਾਇਰੇ ਦੇ ਵਿੱਚ ਉਹ ਸਾਰੀਆਂ ਗੱਲਾਂ ਬਾਤਾਂ ਲੈ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਦੇ ਨਾ ਕਦੇ ਜ਼ਰੂਰ ਕਰਾਂਗੇ ਤੇ ਜੁੜਾਂਗੇ। ਫਿਲਹਾਲ ਬਹੁਤ-ਬਹੁਤ ਧੰਨਵਾਦ, ਤੇ ਆਸ ਕਰਾਂਗੇ ਸਾਡੇ ਜਿਹੜੇ ਨਿਊਜ਼ ਡੇਟਲਾਈਨ ਪੰਜਾਬ ਦੇ ਦਰਸ਼ਕ ਹੈਗੇ ਨੇ ਉਹਨਾਂ ਨੂੰ ਵੀ ਇਹ ਡਿਟੇਲ ਗੱਲਬਾਤ ਜਿਹੜੀ ਜਸਪਾਲ ਮਾਂਜਪੁਰ ਜੀ ਨਾਲ ਹੈ ਉਹ ਠੀਕ ਲੱਗੀ ਹੋਏਗੀ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਹੋਰ ਅਜਿਹੀ ਰਿਪੋਰਟ ਜਾਂ ਇਸੇ ਤਰੀਕੇ ਦੇ ਇੰਟਰੈਕਸ਼ਨਸ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹਾਂਗਾ। ਰਿਤੇਸ਼ ਲੱਖੀ, ਮੈਨੂੰ ਦਿਓ ਇਜਾਜ਼ਤ। ਨਿਊਜ਼ ਡੇਟਲਾਈਨ ਪੰਜਾਬ ਨਾਲ ਬਣੇ ਰਹੋ। ਧੰਨਵਾਦ।